माता जी वाली रोटी कल क्लास होगी हमारी। हाँ जी ਦਵਿੰਦਰ ਸਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਹੋਰ ਠੀਕ ਹੈ ਸਰ? ਬਸ ਵਧੀਆ ਵਧੀਆ ਜੀ, ਤੁਸੀਂ ਸੁਣਾਓ? ਠੀਕ ਹੈ ਸਰ, ਆਵਾਜ਼ ਠੀਕ ਹੈ ਸਰ? ਹਾਂ ਜੀ ਬਹੁਤ ਵਧੀਆ ਜੀ, ਇੱਕ ਵਾਰੀ ਫਿਰ ਕਰਕੇ ਦੇਖ ਲਓ ਮਾੜਾ ਜਿਹਾ ਪਹਿਲਾ ਪੇਜ। ਹਾਂਜੀ ਸਰ। ਬਸ ਠੀਕ ਹੈ ਜੀ, ਠੀਕ ਹੈ, ਹੋ ਰਿਹਾ ਜੀ ਹੋ ਰਿਹਾ। ਅਰੇ ਹੈਗੇ ਸਾਡੇ ਕੋਲ ਆਪਾਂ 4 ਮਿੰਟ ਹੈਗੇ ਆ। ਠੀਕ ਹੈ ਠੀਕ ਹੈ, ਤਦ ਤੱਕ ਵੇਟਿੰਗ ਰੂਮ 'ਚ ਰੱਖਿਓ ਸਾਰਿਆਂ ਨੂੰ, ਹਾਲੇ ਕਿਸੇ ਨੂੰ ਐਂਟਰ ਨਾ ਕਰਾਇਓ। ਠੀਕ ਹੈ ਠੀਕ ਹੈ।
ਹੈਲੋ ਗੁੱਡ ਮਾਰਨਿੰਗ ਸਰ। ਹਾਂਜੀ, ਗੁੱਡ ਮਾਰਨਿੰਗ ਸਰ। ਸਰ ਕਰ ਸਕਦੇ ਸਟਾਰਟ, ਤੁਸੀਂ ਕਰ ਲਓ ਜੀ ਓਕੇ ਸਰ, ਥੈਂਕ ਯੂ। ਹਾਂਜੀ, ਗੁੱਡ ਮਾਰਨਿੰਗ ਟੂ ਆਲ। ਮੈਂ ਦਵਿੰਦਰ ਸਿੰਘ, ਇਲੈਕਟ੍ਰੀਸ਼ੀਅਨ ਇੰਸਟ੍ਰਕਟਰ, ਗਵਰਨਮੈਂਟ ITI ਫਰੀਦਕੋਟ ਤੋਂ। ਅੱਜ ਦਾ ਜੋ ਅਸੀਂ ਆਨਲਾਈਨ ਲੈਕਚਰ ਕਰ ਰਹੇ ਹੈਗੇ ਆ, ਅੱਜ ਦਾ ਜਿਹੜਾ ਟੌਪਿਕ ਹੈਗਾ ਟੈਸਟਿੰਗ ਆਫ ਇਲੈਕਟ੍ਰੀਕਲ ਇੰਸਟਾਲੇਸ਼ਨ। ਇਹ ਸਾਡਾ ਇਲੈਕਟ੍ਰੀਸ਼ੀਅਨ NSQF ਦੇ ਵੀਕ ਨੰਬਰ 35 ਦਾ ਟੌਪਿਕ ਹੈਗਾ। ਇਹਦੇ ਵਿੱਚ ਜਿਹੜੀ ਅਸੀਂ ਵਾਇਰਿੰਗ ਕਰਦੇ ਹੈਗੇ ਆ, ਇੰਸਟਾਲ ਕਰਦੇ ਹੈਗੇ ਆ, ਉਹਦੇ ਉੱਪਰ ਜਦੋਂ ਅਸੀਂ ਉਹਨੂੰ ਮੇਨ ਸਪਲਾਈ ਨਾਲ ਜੋੜਦੇ ਆ ਤਾਂ ਉਹਦੇ ਕੁਝ ਟੈਸਟ ਹੈਗੇ ਨੇ, ਉਹਦੇ ਬਾਰੇ ਇਹਦੇ ਵਿੱਚ ਅਸੀਂ ਸਟੱਡੀ ਕਰਾਂਗੇ। ਉਸ ਤੋਂ ਪਹਿਲਾਂ ਜੋ ਅਸੀਂ ਮਹਾਮਾਰੀ ਜੋ ਕਰੋਨਾ ਨਾਲ ਜੂਝ ਰਹੇ ਆ ਤਕਰੀਬਨ 5-6 ਮਹੀਨੇ ਤੋਂ, ਉਹਦੇ ਵਿੱਚ ਕੁਝ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਜੋ ਆਗਾਜ਼ ਕੀਤਾ ਗਿਆ ਹੈ, ਉਸ ਦੇ ਵਿੱਚ ਸਾਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਵੈਸੇ ਸਾਡੀ ਡਿਊਟੀ ਬਣਦੀ ਹੈ, ਹਦਾਇਤਾਂ ਤਾਂ ਨਹੀਂ, ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇਹਨਾਂ ਦੀ ਪਾਲਣਾ ਕਰੀਏ ਤਾਂ ਕਿ ਅਸੀਂ ਜਿਹੜੀ ਇਹ ਮਹਾਮਾਰੀ ਹੈ ਜਿਸ ਦਾ ਹਜੇ ਪੂਰੀ ਤਰ੍ਹਾਂ ਇਲਾਜ ਨਹੀਂ ਮਿਲਿਆ, ਲੇਕਿਨ ਅਸੀਂ ਉਸ ਦਾ ਕੁਝ ਸਮਾਧਾਨ ਸਾਡੇ ਆਪਣੇ ਹੱਥਾਂ 'ਚ ਹੀ ਹੈ ਕਿ ਜੇ ਅਸੀਂ ਉਹਦੇ ਵਿੱਚ ਕੁਝ ਪਾਲਣਾ ਕਰੀਏ ਕੁਝ ਨਿਯਮਾਂ ਦੀ ਤਾਂ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਜਿਵੇਂ ਕਿ ਪਹਿਲਾ ਹੀ ਸਾਡਾ ਹੈ ਸਟੇ ਹੋਮ ਸੇਵ ਲਾਈਫ, ਕਿ ਜਿੰਨਾ ਅਸੀਂ ਭੀੜ ਭਾੜੀ ਵਾਲੀ ਜਗ੍ਹਾ ਤੋਂ ਜਾਂ ਇਕੱਠ ਤੋਂ ਬਚਾਂਗੇ ਤਾਂ ਇਸ ਬਿਮਾਰੀ ਤੋਂ ਬਚਾਅ ਹੋਏਗਾ। ਔਰ ਸਮੇਂ-ਸਮੇਂ ਤੇ ਅਸੀਂ ਜਿਸ ਤਰ੍ਹਾਂ ਜੇ ਸੈਨੀਟਾਈਜ਼ਰ ਨਹੀਂ ਹੈਗਾ ਤਾਂ ਹੈਂਡ ਵਾਸ਼ ਜੇ ਕਰਦੇ ਰਹੀਏ ਤਾਂ ਵੀ ਅਸੀਂ ਇਸ ਦੀ ਰੋਕਥਾਮ ਕਰ ਸਕਦੇ ਹਾਂ। ਸੋਸ਼ਲ ਡਿਸਟੈਂਸ ਜ਼ਰੂਰੀ ਹੈ ਕਿ ਜੇ ਸਾਨੂੰ ਲੱਗਦਾ ਹੈ ਕਿ ਜਿਸ ਜਗ੍ਹਾ ਤੇ ਸੋਸ਼ਲ ਡਿਸਟੈਂਸ ਨਹੀਂ ਹੋ ਰਿਹਾ ਤਾਂ ਅਸੀਂ ਉੱਥੇ ਅਵੇਅਰ ਕਰੀਏ ਕਿ ਉਹਨਾਂ ਨੂੰ ਅਸੀਂ ਇਸ ਦੀ ਪਾਲਣਾ ਕਰਨ ਦਾ ਦੱਸੀਏ। ਔਰ ਜੇ ਕੋਈ ਕਿਸੇ ਨੂੰ ਪ੍ਰੋਬਲਮ ਹੈਗੀ ਆ, ਖਾਂਸੀ ਦੀ ਆ ਜਾਂ ਕੋਈ ਸਿੰਪਟਮ ਨੇ ਇਸ ਤਰ੍ਹਾਂ ਦੇ, ਤਾਂ ਉਸ ਨੂੰ ਜਿਹੜੇ ਸਾਡੇ ਨਜ਼ਦੀਕ ਦੇ ਸਿਹਤ ਕੇਂਦਰ ਆ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈਗਾ। ਤਾਂ ਇਸ ਸਮੇਂ ਜਿਹੜਾ ਅਸੀਂ ਜ਼ਿਆਦਾ ਇਕੱਠ ਨਹੀਂ ਕਰ ਰਹੇ ਜਾਂ ਇਸ ਤੋਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰ ਰਹੇ ਹਾਂ ਤਾਂ ਉਸ ਦੇ ਦੌਰਾਨ ਵਰਚੁਅਲ ਪਲੇਸਮੈਂਟ ਡਰਾਈਵ ਚੱਲ ਰਹੀ ਹੈ ITI ਲੁਧਿਆਣਾ ਵਿਖੇ। ਤਾਂ ਉਹਦੇ ਵਿੱਚ ਬੱਚੇ ਜਿਹੜੇ ਉੱਥੋਂ ਦੀ ਇੰਡਸਟਰੀ ਵਿੱਚ ਐਡਜਸਟ ਹੋਣ ਵਾਸਤੇ ਇੱਥੇ ਲਿੰਕ ਦਿੱਤਾ ਗਿਆ, ਜਿਹਦੇ ਵਿੱਚ ਬੱਚੇ ਰਜਿਸਟ੍ਰੇਸ਼ਨ ਕਰਾ ਕੇ ਉਸ ਪਲੇਸਮੈਂਟ ਦੇ ਵਿੱਚ ਹਿੱਸਾ ਬਣ ਸਕਦੇ ਹੈਗੇ ਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦੀ ਜੋ ਮੁਹਿੰਮ ਚਲਾਈ ਗਈ ਹੈ, ਉਹਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਹੈਗੇ ਸਕਿਲਡ ਵਰਕਰ ਹੈ ਜਾਂ ਜਿਹੜੇ ਅਨਸਕਿਲਡ ਹੈਗੇ ਆ, ਉਹ ਵੀ ਇਹਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹੈਗੇ ਆ। ਤੋਂ ਹੁਣ ਅਸੀਂ ਆਪਣੇ ਟੌਪਿਕ ਵੱਲ ਆਉਣੇ ਹੈਗੇ ਆ, ਟੈਸਟਿੰਗ ਆਫ ਇਲੈਕਟ੍ਰਿਕ ਵਾਇਰਿੰਗ ਇੰਸਟਾਲੇਸ਼ਨ। ਕਿ ਜਦੋਂ ਅਸੀਂ ਵਾਇਰਿੰਗ ਕਰਦੇ ਹੈਗੇ ਆ, ਸਾਡੇ ਜੋ ਘਰ ਦੀ ਵਾਇਰਿੰਗ ਆ ਜਾਂ ਇੰਡਸਟਰੀ 'ਚ ਵਾਇਰਿੰਗ ਹੈਗੀ ਆ, ਤਾਂ ਜਦੋਂ ਅਸੀਂ ਵਾਇਰਿੰਗ ਨੂੰ ਸਪਲਾਈ ਨਾਲ ਜੋੜਦੇ ਆ ਤਾਂ ਉਸ ਤੋਂ ਪਹਿਲਾਂ ਜਿਹੜੇ ਟੈਸਟ ਜ਼ਰੂਰੀ ਹੈਗੇ ਆ ਕਿ ਉਹ ਵਾਇਰਿੰਗ ਪ੍ਰੋਪਰ ਕੰਮ ਕਰ ਰਹੀ ਹੈ ਜਾਂ ਨਹੀਂ, ਇਹਦੇ ਟੈਸਟ ਸਾਡੇ ਇਸ ਦੇ ਅੱਜ ਦੇ ਟੌਪਿਕ ਹੈਗੇ ਆ। ਤਾਂ ਇਹਦੇ ਵਿੱਚ ਸਾਡੇ ਥੋੜਾ ਜਿਹਾ ਕੁਝ ਪੁਆਇੰਟ ਆਉਣਗੇ ਜਾਂ ਇੱਕ ਆਉਣਗੇ ਵਰਡ ਆਉਣਗੇ ਜਿਹੜੇ ਮੈਂ ਪਹਿਲਾਂ ਕਲੀਅਰ ਕਰ ਦੇਵਾਂ। 2 ਵਰਡ ਹੈਗੇ, 2-3, ਕਿ ਸਾਨੂੰ ਅੱਗੇ ਟੌਪਿਕ ਪੜ੍ਹਨਾ ਸੌਖਾ ਹੋ ਜਾਵੇ। ਜਿਵੇਂ ਕਿ ਇਹਦੇ ਵਿੱਚ ਆਏਗਾ ਇੱਕ ਵਰਡ ਸਪਲਾਇਰ। ਸਪਲਾਇਰ ਮੀਨਸ ਜਿਵੇਂ ਅਸੀਂ ਜਾਣਦੇ ਹਾਂ ਜਿਹੜਾ ਸਾਨੂੰ ਕੀ ਆ ਸਪਲਾਈ ਕਰਦਾ ਹੈਗਾ। ਜਿਸ ਤਰ੍ਹਾਂ ਅਸੀਂ ਇਲੈਕਟ੍ਰਿਕ ਵਾਇਰਿੰਗ ਦੀ ਗੱਲ ਕੀਤੀ ਆ, ਸਾਨੂੰ ਇਲੈਕਟ੍ਰੀਕਲ ਜਿਹੜੀ ਸਪਲਾਈ ਹੈ, ਇਲੈਕਟ੍ਰਿਕ ਜਿਹੜੀ ਸਪਲਾਈ ਹੈ, ਉਹ ਸਾਨੂੰ ਸਪਲਾਈ ਜੋ ਕਰਦਾ ਹੈਗਾ ਉਹ ਸਾਨੂੰ ਕਰ ਰਿਹਾ ਪੰਜਾਬ ਦੇ ਅੰਦਰ PSPCL, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਉਹ ਸਾਨੂੰ ਸਪਲਾਈ ਦੇ ਰਿਹਾ। ਪਰ ਇੱਕ ਕੰਜ਼ਿਊਮਰ ਆ ਜਾਂਦਾ, ਕੰਜ਼ਿਊਮਰ ਅਸੀਂ ਹੈਗੇ ਆ ਜਿਹੜੇ ਉਸ ਸਪਲਾਈ ਨੂੰ ਕੰਜ਼ਿਊਮ ਕਰਦੇ ਆ ਵੱਖ-ਵੱਖ ਲੋਡ ਲਗਾ ਕੇ। ਤੇ ਇੱਕ ਨਾਲ ਜਿਹੜਾ ਵਰਡ ਜ਼ਿਆਦਾ ਯੂਜ਼ ਹੋਏਗਾ ਸਾਡੇ ਪੂਰੇ ਟੌਪਿਕ ਦੇ ਵਿੱਚ ਉਹ ਹੋਏਗਾ
इंसुलेशन रजिस्टेंस यानी कि जिहड़ी कंडक्टर दे उपर इंसुलेशन है उस दी रजिस्टेंस दे बारे असीं ज़्यादातर इहदे विच गल होएगी। तां इस दे विच जिहड़ा साडा इंडियन इलैक्ट्रिसिटी रूल नंबर 47 है उस दे अनुसार कोई भी जिहड़ा नवां खपतकार है जां पहलां तो कोई साडे सप्लायर तो सप्लाई लै रहा ते वो अपने लोड दे विच वाधा करना चाहुंदा है, लोड नूं वधाउणा चाहुंदा है जां पिछले कोई 6 महीने तो उसका कनैक्शन बंद पिया हैगा तो उसनूं जे उहने दोबारा तो चलाउणा है तो वो इस इंस्टॉलेशन नूं टेस्ट कराउणा पएगा इस रूल दे अंडर। तो जिहड़ा इंस्पैक्टर इस नूं चैक करेगा जो उसका लोड अप्रूव होया तो उन्होंने अपने रिकॉर्ड दे विच रखेगा कि कितना लोड सैंक्शन हैगा और इस इंस्पैक्शन के दौरान जेकर सप्लायर नूं ये लगता है कि इंस्टॉलेशन खराब है या लोड के अनुसार वायर नहीं है तो वो खपतकार नूं जिहड़ा लिखती नोटिस के द्वारा उन्होंने सुधार करने लई भी कह सकता है ते उन्होंने कनैक्शन देने तो भी इनकार कर सकता है जिन्ना समा वो इस दे विच सुधार नहीं करता। तो उस दे विच जिवें असीं गल कीती सीगी इंसुलेशन रजिस्टेंस दी वो भी मैं नाल ही क्लीयर करदा टॉपिक शुरू करन तो पहला टेस्ट शुरू करन तो पहला। जिवें कि पहले वायरिंग दे विच असीं पीवीसी स्ट्रैंड कॉपर वायर यूज करदे सी वायरिंग समय उस दे विच स्ट्रैंडर्ड वायर सीगियां जिस तरह 118 3/22 320 7/22 720 यानी कि ਉਹਦੇ ਵਿੱਚ ਜਿਵੇਂ ਇਹ ਵਾਇਰ ਦਿਖਾਈ ਗਈ ਹੈ ਇਹਦੇ ਵਿੱਚ 7 ਸਟ੍ਰੈਂਡ ਨੇ 7/22 यानी कि 22 नंबर ਉਹਦਾ SWG है स्टैंडर्ड वायर गेज हैगा ਤਾਂ ਇਹਨੂੰ ਅਸੀਂ 7/22 वायर कहने हैं। और जी अजकल असी वायर यूज करते हैं वो PVC मल्टी स्टैंड कॉपर वायर है मल्टी स्टैंड यानी कि अनगिनत है मल्टी स्टैंड वायर है ये पहले के मुकाबले साइज दे विच घट है डाया उहदा घट है और दूसरा स्ट्रैंड उन्होंने होने करके पहले करके फ्लैक्सीबिलिटी घट सीगी ये मल्टी स्टैंड होने करके दी फ्लैक्सीबिलिटी ज़्यादा है वायर नूं जिहड़ी एक जगह तो दूसरी जगह जदों असीं पास करना है थ्रू कंड्यूट उत्थे सानू आसानी नाल असीं इहनूं लिजा सकते हैं मल्टी स्टैंड वायर नूं। तो जिहड़ा साडा अज दा मेन टॉपिक की गल करदे सीगे भी असीं इंसुलेशन जिहड़ी चैक करनी हैगी आ कंडक्टर दे उपर जिहड़ी हैगी आ इंसुलेशन उहदी रजिस्टेंस चैक करनी है तो असीं वायर नूं इस तरह इकट्ठियां करके कंड्यूट के थ्रू पास करवाने हैं अलग अलग जिथे जिथे साडे सप्लाई के पॉइंट हैगे ने उन्हां जगह के उपर असीं लैके जाने हैं तो इस तरह वायर जाती है और उहदे विच कंडक्टर ने अपनी कैपेसिटी के मुताबिक लोड के मुताबिक करंट लैके जाना लेकिन जिहड़ी वायर के उपर इंसुलेशन हैगी आ वो डिपेंड करती है कि उहदी उन्नी ग्रेड दी है करंट नूं पास कराउण दे कि उहदे विच लीकेज तां नहीं होएगी जिस चीज़ नूं असीं टेस्ट करना अज दे टॉपिक दे विच। तो अज दे जिहड़े टेस्ट असीं करना टेस्ट टू बी मेड ऑन अ न्यू इलैक्ट्रिकल इंस्टॉलेशन बिफोर इट स्विच ऑन टू द मेन कि जदों असीं एक नवी इंस्टॉलेशन नवी वायरिंग नूं स्विच ऑन करना हैगा मेन नाल जोड़ना हैगा तो उस तो पहला असीं किहड़े-किहड़े टेस्ट करने हैं। सब तो जिहड़ा पहला टेस्ट हैगा इंसुलेशन रजिस्टेंस टेस्ट बिटवीन इंस्टॉलेशन एंड अर्थ कि असी जिहड़ी वायरिंग की हुई है इंस्टॉलेशन है और अर्थ दे नाल ओदी जिहड़ी इंसुलेशन दी जिहड़ी रजिस्टेंस है वो कितनी हैगी है वो टेस्ट हैगा। सैकेंड टेस्ट हैगा इंसुलेशन रजिस्टेंस टेस्ट बिटवीन कंडक्टर यानी कि जिस तरह लास्ट स्लाइड च दिखाया सी काफ़ी सारे जिहड़े वायर असी पास कराइयां सीगियां कंड्यूट दे विच और उन्हां दे विच जिहड़े फेज वाले भी हैगे आ न्यूट्रल वाले भी हैगे आ और जिहड़े अर्थ वायर भी हैगियां और उन्हां वायर दे जिहड़े हैगी आ असीं रजिस्टेंस चैक करदे हां सैकेंड टेस्ट दे अंदर। थर्ड टेस्ट हैगा पोलैरिटी टेस्ट टेस्ट ऑफ पोलैरिटी यानी कि जिहड़ी साडी स्विचेस है वो साडी मेन जिहड़ी फेस दे उपर ही कनैक्ट है जां न्यूट्रल दे उपर वो असीं इहदे उपर टेस्टिंग करांगे।
फोर्थ हैगा टेस्टिंग ऑफ अर्थ कंटिन्यूटी पाथ कि ਅਸੀਂ ਜਿਹੜੇ ਚੈੱਕ ਕਰਨੇ ਹੈਗੇ ਆ ਕਿ ਜਿਹੜੇ ਸਾਡੇ ਅਰਥ ਦੇ ਪੁਆਇੰਟ ਹੈਗੇ ਆ ਅਸੀਂ ਅਰਥ ਪਾਸ ਕਰਾਉਣ ਜਿਹੜੀ ਲੀਕੇਜ ਕਰੰਟ ਨੂੰ ਪਾਸ ਕਰਾਉਣਾ ਕਿ ਉਹ ਸਹੀ ਵਰਕ ਕਰ ਰਹੇ ਆ ਕਿ ਅਸੀਂ ਸਿਰਫ ਇਸ ਭਰੋਸੇ ਤਾਂ ਨਹੀਂ ਹੈਗੇ ਕਿ ਸਾਡੀ ਵਾਇਰਿੰਗ ਕੀਤੀ ਹੋਈ ਆ ਅਰਥ ਵਾਇਰ ਪਾਈ ਹੋਈ ਹੈ ਉਹ ਪ੍ਰੋਪਰ ਕੰਮ ਵੀ ਕਰ ਰਹੀ ਹੈ। ਔਰ ਜਿਹੜਾ ਲਾਸਟ ਸਾਡੇ ਕੋਲ ਟੈਸਟ ਹੈਗਾ ਉਹ ਹੈਗਾ ਅਰਥ ਰੈਜ਼ਿਸਟੈਂਸ ਟੈਸਟ। ਅਰਥ ਰੈਜ਼ਿਸਟੈਂਸ ਟੈਸਟ ਮੀਨਸ ਜਿਹੜੀ ਅਸੀਂ ਅਰਥਿੰਗ ਕੀਤੀ ਹੈ ਜਿਹੜਾ ਅਸੀਂ ਲੀਕੇਜ ਕਰੰਟ ਨੂੰ ਪਾਸ ਕਰਾਉਣਾ ਹੈ ਜ਼ਮੀਨ ਦੇ ਵਿੱਚ ਅਰਥ ਦੇ ਵਿੱਚ ਉਹ ਪ੍ਰੋਪਰ ਕੰਮ ਕਰ ਰਹੀ ਹੈ ਕਿ ਨਹੀਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸਾਡਾ ਅਰਥ ਨਹੀਂ ਕੰਮ ਕਰ ਰਿਹਾ ਤਾਂ ਉਹ ਲੀਕੇਜ ਕਰੰਟ ਪ੍ਰੋਪਰ ਪਾਸ ਨਹੀਂ ਹੋਏਗਾ ਔਰ ਇਹ ਅਸੀਂ ਅਰਥ ਰੈਜ਼ਿਸਟੈਂਸ ਟੈਸਟ ਲਾਸਟ ਤੇ ਕਰਾਂਗੇ। ਇਸ ਤੋਂ ਇਲਾਵਾ ਕੁਝ ਹੋਰ ਛੋਟੇ ਟੈਸਟ ਹੈਗੇ ਆ ओपन सर्किट टेस्ट है शॉर्ट सर्किट है ये भी छोटे टेस्ट है सिंपल है। तो ये जोड़े टेस्ट है ने इन्हों असी इंसुलेशन टेस्ट यानी कि मैगर के नाम भी असी जानते हैं उस दे नाल असी परफॉर्म करते हैं ये असी टेस्ट करते हैं। ये दो टर्मिनल ने साडे कोल एल लाइन और ई यानी कि अर्थ पॉइंट और एक ये पोर्टेबल डिवाइस हैगा और यदी रीडिंग मैगा ओम दे विच हुंदी है। और जे असी कंस्ट्रक्शन इसकी देखिए ये शंट जनरेटर एक डीसी शंट जनरेटर हुंदा छोटे साइज का जिसनों असी हैंडल नाल ऑपरेट करते हैं और स्केल जिहड़ी हैगी आ उहदे विच साडियां जिहड़ियां करंट कोयल और प्रैशर कोयल थ्रू रजिस्टेंस हुंदियां ने और वो सानूं जिहड़ी रीडिंग मैगा ओम दे विच असी मिलती है। शॉर्ट दे विच असी इसकी जे गल करिए कंस्ट्रक्शन की हैंड ड्रिवन हैगा पोर्टेबल हैगा। तो पहला टेस्ट जिहड़ा साडा हैगा इंसुलेशन रजिस्टेंस टेस्ट बिटवीन इंस्टॉलेशन एंड अर्थ। ये टेस्ट जिहड़ा हैगा ਇਹਦੇ ਵਿੱਚ ਅਸੀਂ ਜਦੋਂ ਇਸ ਟੈਸਟ ਨੂੰ ਕਰਨਾ ਹੈ ਬਿਫੋਰ ਮੇਕਿੰਗ ਦਿਸ ਟੈਸਟ the conditions to be fulfilled for the position of main switches, fuse, switch and other points should be as under। यानी कि जो नीचे पॉइंट दिते गए हैं उन्हां दी पोजीशन इस तरह होनी चाहिए ਜਦੋਂ ਅਸੀਂ ਇਹ ਟੈਸਟ ਨੂੰ परफॉर्म करना हैगा। सब तो पहला साडी जिहड़ी मेन स्विच है उसकी ऑफ पोजीशन होनी चाहिए है। मेन स्विच की पोजीशन ऑफ चाहिए हैगी है। The fuse beyond the main switch should be in position। Main fuse is taken out। जेडे main fuse ने वो असी बाहर निकाल देने। All the switches in on position। सारियां switches जिन्नियां साडियां अंदर इंस्टॉलेशन दे अंदर switches ने चाहे वो फैन दियां ने चाहे लैंप दियां ने वो सारियां असी ऑन कर देनियां। Where fan is provided ठीक है क्लोज द फैन स्विचेस एंड पुट द फैन रेगुलेटर इन द ऑन पोजीशन। ਇਹਦੇ ਵਿੱਚ ਜਿਹੜੇ ਤੇ ਵੀ ਅਸੀਂ ਫੈਨ ਲੱਗੇ ਹੋਏ ਆ ਉਹਨਾਂ ਦੇ ਅਸੀਂ ਸਵਿਚ ਔਨ ਕਰ ਦੇਣੇ ਆ। ਰੈਗੂਲੇਟਰ ਜੇ ਆਫ ਪੋਜੀਸ਼ਨ 'ਚ ਨਹੀਂ ਉਹਨੂੰ ਵੀ ਅਸੀਂ ਔਨ ਪੋਜੀਸ਼ਨ 'ਚ ਲੈ ਆਉਣਾ ਤਾਂ ਕਿ ਪੂਰਾ ਕੰਡਕਟਰ ਜੋ ਸਾਡਾ ਉਹਦੇ ਵਿੱਚ ਕੰਡਕਟਰ ਹਾਫ ਵਾਇਰ ਜਾ ਰਹੀ ਹੈ ਜਾਂ ਨਿਊਟਰਲ ਨਾਲ ਕਨੈਕਟ ਹੈਗਾ ਉਹ ਦੋਨੋਂ ਸਰਕਟ ਦੇ ਕੰਟੈਕਟ ਦੇ ਵਿੱਚ ਆ ਜਾਣ। ਉਹਨਾਂ ਨੂੰ ਅਸੀਂ ਔਨ ਪੋਜੀਸ਼ਨ 'ਚ ਰੱਖਣਾ। The lamp and other equipments in their position सारे असी on रखने हैं लैंप और दूसरे equipment। The phase and neutral terminal connected to each other ठीक है phase और neutral दे point जिहड़े हैगे आ वो असी connect कर देने हैं जिहड़ी साडी main switch दे उपर हैगे आ ਉਹਦੇ ਉੱਪਰ ਅਸੀਂ ਦੋਨਾਂ ਨੂੰ ਜੋੜ ਦੇਣਾ ਕਿਉਂਕਿ ਅਸੀਂ ਦੋਨੋਂ ਕੰਡਕਟਰ ਨੂੰ ਚੈੱਕ ਕਰਨਾ ਹੈਗਾ। Connect them to the line terminal of the magger with the flexible wire। ਤਾਂ ਜਿਹੜੇ ਅਸੀਂ ਦੋਨੋਂ ਪੁਆਇੰਟ ਜੋੜੇ ਆ ਉਹਨਾਂ ਨੂੰ ਅਸੀਂ ਇੱਕ ਵਾਇਰ ਦੇ ਥਰੂ ਮੈਗਰ ਦਾ ਜਿਹੜਾ ਲਾਈਨ ਟਰਮੀਨਲ ਉਸ ਦੇ ਨਾਲ ਜੋੜ ਦੇਣਾ। The earth terminal of the magger is connected to either earth continuity conductor or direct to earth electrode। ਤਾਂ ਜਿਹੜਾ ਮੈਗਰ ਦਾ ਸੈਕਿੰਡ ਟਰਮੀਨਲ ਆ ਈ ਟਰਮੀਨਲ ਯਾਨੀ ਕਿ ਅਰਥ ਦਾ ਉਸ ਨੂੰ ਜਾਂ ਤਾਂ ਜਿੱਥੇ ਸਾਡਾ ਕੰਡਕਟਰ ਨਜ਼ਦੀਕ ਹੈਗਾ ਅਰਥ ਦਾ ਉੱਥੇ ਜੋੜ ਦੇਣਾ ਜਾਂ ਅਸੀਂ ਡਾਇਰੈਕਟ अर्थ इलैक्ट्रोड नाल जोड़ सकते हैं। ਇਹਦੇ ਵਿੱਚ पिक्चर दिखाई गई है असी किस तरह उसनूं जोड़ना हैगा। फैन लैंप फैन
और ਜਿਹੜੀਆਂ ਸਾਡੀਆਂ ਸਵਿਚਸ ਨੇ ਜਿਹੜੇ ਸਾਡੇ ਸਬ ਸਰਕਟ ਨੇ ਉਹ ਸਾਰੇ ਅਸੀਂ ਔਨ ਰੱਖੇ ਹੋਏ ਆ। ਮੇਨ ਸਵਿਚ ਆਫ ਹੈਗੀ ਆ। ਮੇਨ ਸਵਿਚ ਦੇ ਵਿੱਚ ਫੇਜ਼ ਔਰ ਨਿਊਟਰਲ ਪੁਆਇੰਟ ਨੂੰ ਸ਼ਾਰਟ ਕਰਕੇ ਜਿਹੜਾ ਮੈਗਰ ਦਾ ਇੰਸੂਲੇਸ਼ਨ ਟੈਸਟਰ ਦਾ L ਪੁਆਇੰਟ ਜੋੜਨਾ ਔਰ ਜਿਹੜਾ E ਪੁਆਇੰਟ ਹੈ ਮੈਗਰ ਦਾ ਉਸ ਨੂੰ ਅਸੀਂ ਅਰਥ ਨਾਲ ਕਨੈਕਟ ਕਰਨਾ ਹੈਗਾ। ਜਿਹੜਾ ਇਹ ਟੈਸਟ ਹੈਗਾ ਇਹ ਅਸੀਂ ਇੰਸਟਾਲੇਸ਼ਨ ਵਿੱਚ ਜਿਹੜੀ ਵਰਤੀ ਗਈ ਕੇਬਲ ਜਾਂ ਵਾਇਰ ਹੈਗੀ ਆ ਉਸ ਦੀ ਜਿਹੜੀ ਇੰਸੂਲੇਸ਼ਨ ਦਾ ਸਟੈਂਡਰਡ ਪਤਾ ਕਰਨ ਲਈ ਕੀਤਾ ਜਾਂਦਾ ਕਿ ਜਿਹੜੀ ਇਸ ਤਰ੍ਹਾਂ ਦੀ ਕਰੰਟ ਨੂੰ ਲੀਕੇਜ ਕਰੰਟ ਤੋਂ ਬਚਾ ਸਕਦੀ ਹੈ। ਇਹ ਟੈਸਟ ਸਾਰੀ ਇੰਸਟਾਲੇਸ਼ਨ ਚੈੱਕ ਕਰਨ ਲਈ ਮੇਨ ਸਵਿਚ ਤੇ ਅਸੀਂ ਕਰਦੇ ਹੈਗੇ ਆ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਮੈਗਰ ਦਾ L ਪੁਆਇੰਟ ਅਸੀਂ ਮੇਨ ਸਵਿਚ ਦੇ ਸ਼ਾਰਟ ਪੁਆਇੰਟ ਤੇ ਲਗਾ ਦਿੰਦੇ ਆ ਔਰ E ਪੁਆਇੰਟ ਅਸੀਂ ਅਰਥ ਰੈਜ਼ਿਸਟੈਂਸ ਤੇ ਅਰਥ ਪੁਆਇੰਟ ਤੇ ਲਗਾ ਦਿੰਦੇ ਆ। ਔਰ ਜਦੋਂ ਅਸੀਂ ਹੈਂਡਲ ਨੂੰ ਡਰਾਈਵ ਕਰਦੇ ਹਾਂ ਉਸ ਨੂੰ ਘੁਮਾਉਣੇ ਹੈਗੇ ਆ ਤਾਂ ਜਿਹੜਾ ਇੰਸੂਲੇਸ਼ਨ ਟੈਸਟਰ ਦੀ ਜਿਹੜੀ ਰੀਡਿੰਗ ਹੈ ਉਹ 0.5 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਅਰਥ ਔਰ ਇਹਦੇ ਵਿੱਚ ਚੈੱਕ ਕਰ ਰਹੇ ਹਾਂ ਕਿ ਵਾਇਰ ਜਿਹੜੀ ਸਾਡੀ ਕਿਤੇ ਕੰਟੈਕਟ ਦੇ ਵਿੱਚ ਤਾਂ ਨਹੀਂ ਅਰਥ ਦੇ। ਕਈ ਵਾਰ ਸਾਡੇ ਫੈਨ ਬਾਕਸ ਦੇ ਵਿੱਚ ਜਿਹੜੀ ਵਾਇਰ ਖਿੱਚਦੇ ਸਮੇਂ ਜਿਹੜੀ ਟੱਚ ਕਰ ਜਾਂਦੀ ਆ ਜਾਂ ਕੋਈ ਜੁਆਇੰਟ ਲੂਜ਼ ਹੋ ਜਾਂਦਾ ਜਾਂ ਅਸੀਂ ਜਿਹੜੀ ਕੰਡਿਊਟ ਦੇ ਵਿੱਚੋਂ ਵਾਇਰ ਜਦੋਂ ਖਿੱਚਦੇ ਆ ਪਾਸ ਕਰਾਉਣੇ ਆ ਕਈ ਵਾਰ ਇੰਸੂਲੇਸ਼ਨ ਮਾੜੀ ਹੋਣ ਕਰਕੇ ਵੀਕ ਹੋਣ ਕਰਕੇ ਇੰਸੂਲੇਸ਼ਨ ਖਿੱਚ ਜਾਂਦੀ ਆ ਤਾਂ ਉਹਦੇ ਵਿੱਚ ਕਰੰਟ ਲੀਕੇਜ ਦਾ ਜਿਹੜਾ ਵੱਧ ਜਾਂਦੇ ਆ ਚਾਂਸਸ। ਤਾਂ ਉਸ ਸਮੇਂ ਅਸੀਂ ਇਹ ਟੈਸਟ ਕਰਦੇ ਹਾਂ ਕਿ ਉਹਦੇ ਵਿੱਚ 0.5 ਮੈਗਾ ਓਮ ਤੋਂ ਰੈਜ਼ਿਸਟੈਂਸ ਨਹੀਂ ਵਧਣੀ ਚਾਹੀਦੀ, ਘੱਟ ਨਹੀਂ ਹੋਣੀ ਚਾਹੀਦੀ। ਜੇ ਸਪੋਜ਼ ਇਸ ਤੋਂ ਘਟਦੀ ਹੈਗੀ ਆ ਫਿਰ ਸਾਨੂੰ ਸਬ ਸਰਕਟ ਅਲੱਗ-ਅਲੱਗ ਚੈੱਕ ਕਰਨੇ ਪੈਣਗੇ ਕਿ ਸਾਡੇ ਕਿਸ ਸਰਕਟ ਦੇ ਵਿੱਚ ਫਾਲਟ ਹੈਗਾ, ਕਿਸ ਜਗ੍ਹਾ ਤੇ ਸਾਡਾ ਜਿਹੜਾ ਪੁਆਇੰਟ ਆ ਜਿਹੜਾ ਉਹ ਵੀਕ ਹੈਗਾ, ਕਿਹੜਾ ਕੰਡਕਟਰ ਸਾਡਾ ਕਿਤੇ ਟੱਚ ਕਰ ਰਿਹਾ ਅਰਥ ਦੇ ਕੰਟੈਕਟ ਦੇ ਵਿੱਚ ਆ ਰਿਹਾ ਹੈਗਾ। ਸੈਕਿੰਡ ਟੈਸਟ ਸਾਡਾ ਹੈਗਾ ਟੈਸਟਿੰਗ ਆਫ ਇੰਸੂਲੇਸ਼ਨ ਰੈਜ਼ਿਸਟੈਂਸ ਬਿਟਵੀਨ ਕੰਡਕਟਰ। ਪਹਿਲਾ ਟੈਸਟ ਅਸੀਂ ਕੀਤਾ ਸੀਗਾ ਕਿ ਅਸੀਂ ਪੂਰੇ ਕੰਡਕਟਰ ਜਿੰਨੇ ਹੈਗੇ ਉਹਦੇ ਅਰਥ ਦੇ ਵਿੱਚ ਕੰਟੈਕਟ ਦੇ ਵਿੱਚ ਤਾਂ ਨਹੀਂ ਹੈਗੇ। ਸੈਕਿੰਡ ਦੇ ਵਿੱਚ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਕੰਡਕਟਰਸ ਹੈਗੇ ਨੇ ਚਾਹੇ ਉਹ ਫੇਜ਼ ਦੇ ਕੰਡਕਟਰ ਨੇ, ਚਾਹੇ ਉਹ ਨਿਊਟਰਲਸ ਨੇ, ਚਾਹੇ ਉਹ ਅਰਥ ਵਾਇਰ ਹੈਗੀਆਂ ਨੇ, ਉਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਪ੍ਰੋਪਰ ਕੰਮ ਕਰ ਰਹੀ ਹੈ, ਆਪਸ ਵਿੱਚ ਤਾਂ ਨਹੀਂ ਜੁੜੀ ਹੋਈ। To ensure that the insulation of the cable or wire is not damaged and that there is no leakage between them, the position of main switches, points, portable equipment should be as under। यानी कि ਅਸੀਂ ਇਹ ਕੇਬਲ ਦੀ ਇੰਸੂਲੇਸ਼ਨ ਜਾਂ ਡੈਮੇਜ ਤਾਂ ਨਹੀਂ ਹੋਗੀ ਉਸ ਨੂੰ ਚੈੱਕ ਕਰਨ ਵਾਸਤੇ ਸਵਿਚ ਔਰ ਜਿਹੜੇ ਸਾਡੇ ਜਿੰਨੇ ਵੀ ਇੰਸਟਾਲ ਕੀਤੇ ਗਏ ਪੁਆਇੰਟ ਪੋਰਟੇਬਲ ਇਕਵਿਪਮੈਂਟ ਆ ਤਾਂ ਉਹਨੂੰ ਅਸੀਂ ਇਸ ਪੋਜੀਸ਼ਨ ਦੇ ਵਿੱਚ ਰੱਖਦੇ ਆ। ਇਸ ਦੇ ਵਿੱਚ ਅਸੀਂ ਜਿਹੜੀ ਸਵਿਚ ਹੈਗੀ ਆ ਔਨ ਪੋਜੀਸ਼ਨ ਔਰ ਜਿਹੜਾ ਸ਼ਾਰਟ ਸਰਕਟ ਹੈਗਾ ਇਹਦੇ ਵਿੱਚ ਅਸੀਂ ਨਹੀਂ ਕਰਦੇ ਮੇਨ ਸਵਿਚ ਤੇ। ਆਲ ਸਵਿਚਸ ਇਨ ਔਨ ਪੋਜੀਸ਼ਨ, ਜਿਹੜੇ ਸਾਰੀਆਂ ਪੋਜੀਸ਼ਨ ਹੈਗੀਆਂ ਸਵਿਚਸ ਦੀਆਂ ਉਹ ਔਨ ਪੋਜੀਸ਼ਨ 'ਚ ਨੇ। ਸਾਰੇ ਜਿਹੜੇ ਲੈਂਪ ਹੈਗੇ ਆ ਉਹ ਉਹਨਾਂ ਦਾ ਜਿਹੜਾ ਜਿੰਨੇ ਵੀ ਕਰੰਟ ਕੰਜ਼ਿਊਮਿੰਗ ਜਿਹੜੇ ਸਾਡੇ ਡਿਵਾਈਸ ਹੈਗੇ ਆ all lamps and other current consuming device such as lamp, fan or portable apparatus plugged on 2 pin or 3 pin should be removed। यानी कि ਅਸੀਂ ਉਹਦਾ ਸਰਕਟ ਅਲੱਗ-ਅਲੱਗ ਕਰ ਦੇਣਾ ਕਿ ਨਿਊਟਰਲ ਔਰ ਫੇਜ਼ ਆਪਸ ਵਿੱਚ ਨਾ ਜੁੜੇ, ਉਹਦੇ ਅਸੀਂ ਕੰਟੈਕਟ ਉਤਾਰ ਦੇਣੇ ਹੈਗੇ ਆ, ਅਲੱਗ-ਅਲੱਗ ਕਰ ਦੇਣੇ ਹੈਗੇ ਆ, ਠੀਕ ਹੈ। remove all fuse in the fuse board, ਅਸੀਂ fuse board ਤੋਂ fuse ਸਾਰੇ ਹਟਾ ਦੇਣੇ ਆ। if individual sub circuit to be tested, ਜੇ ਅਸੀਂ ਅਲੱਗ-ਅਲੱਗ ਸਰਕਟ ਚੈੱਕ ਕਰ ਰਹੇ ਹਾਂ ਮੇਨ ਸਵਿਚ ਤੇ the fuse should be insert their position, ਫਿਰ ਅਸੀਂ fuse ਲਗਾ ਦਿੰਨੇ। ਇਸ ਦੇ ਵਿੱਚ ਜਿਹੜਾ line terminal, the line terminal of Megger is connected to phase terminal of installation and E ਜਿਹੜਾ earth terminal of the Megger is connected to neutral।
ਜਿਹੜਾ ਅਸੀਂ ਲਾਸਟ ਟਾਈਮ ਸ਼ਾਰਟ ਸਰਕਟ ਦੇ ਉੱਪਰ ਜਿਹੜਾ ਲਾਈਨ ਟਰਮੀਨਲ ਲਗਾਇਆ ਸੀ, ਹੁਣ ਅਸੀਂ ਉਸ ਨੂੰ ਸਿਰਫ ਜਿਹੜਾ ਫੇਜ਼ ਟਰਮੀਨਲ ਤੇ ਲਗਾ ਦੇਣਾ, ਔਰ ਜਿਹੜਾ ਨਿਊਟਰਲ ਟਰਮੀਨਲ ਅਲੱਗ ਕਰ ਦਿੱਤਾ ਸੀਗਾ ਉਹਦੇ ਉੱਪਰ ਅਸੀਂ ਜਿਹੜਾ E ਵਾਲਾ ਪੁਆਇੰਟ ਆ ਮੈਗਰ ਦਾ ਉਸ ਨੂੰ ਲਗਾ ਦੇਵਾਂਗੇ। ਤਾਂ ਇਸ ਸਮੇਂ ਜਦੋਂ ਅਸੀਂ ਹੈਂਡਲ ਆਪਰੇਟ ਕਰਾਂਗੇ, ਮੈਗਰ ਨੂੰ ਘੁਮਾਵਾਂਗੇ, ਇੱਕ ਜਿਹੜੀ ਸਥਿਰ ਪੋਜੀਸ਼ਨ ਦੇ ਉੱਪਰ ਉਹਨੂੰ ਘੁਮਾਉਣਾ ਹੈਗਾ ਮੈਗਰ ਨੂੰ। तो 160 RPM ਤੇ ਅਸੀਂ ਤਕਰੀਬਨ ਉਹਨੂੰ ਚਲਾਉਣੇ ਆ। ਔਰ ਜੇ ਅਸੀਂ ਉਸ ਨੂੰ ਥੋੜਾ ਜ਼ਿਆਦਾ ਵੀ ਚਲਾਉਣ ਦੀ ਕੋਸ਼ਿਸ਼ ਕਰੀਏ, ਉਹਦੇ ਵਿੱਚ ਕਲਚ ਸਿਸਟਮ ਹੁੰਦਾ ਜਿਹੜਾ ਉਸ ਨੂੰ ਫ੍ਰੀ ਕਰ ਦਿੰਦਾ ਔਰ 160 RPM ਤੇ ਹੀ ਰੱਖਦਾ। ਤਾਂ ਉਸ ਸਮੇਂ ਜਿਹੜੀ ਇੰਸੂਲੇਸ਼ਨ ਰੈਜ਼ਿਸਟੈਂਸ ਜਿਹੜੀ ਹੈਗੀ ਆ, ਵੈਲਿਊ ਹੈਗੀ ਆ, ਉਹ ਵੀ ਜਿਹੜੀ 0.5 ਮੈਗਾ ਓਮ, ਠੀਕ ਹੈ, ਉਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ 1 ਮੈਗਾ ਓਮ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਅਸੀਂ ਦੋਨੋਂ ਵਾਇਰ ਦੇ ਵਿੱਚ ਚੈੱਕ ਕਰਦੇ ਹਾਂ, ਜਿਸ ਤਰ੍ਹਾਂ ਇਹਦੇ ਵਿੱਚ ਦਿਖਾਇਆ ਗਿਆ। ਫੈਨ ਵੀ ਡਿਸਕਨੈਕਟ ਕਰ ਦਿੱਤੇ ਆ, ਜਿਹੜੇ ਲੈਂਪ ਸੀਗੇ ਉਹ ਨਿਕਾਲ ਦਿੱਤੇ ਗਏ ਸਰਕਟ ਦੇ ਵਿੱਚੋਂ, ਸਵਿਚ ਔਨ ਰੱਖੀਆਂ ਨੇ। ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜੀ ਡਾਟਡ ਲਾਈਨ ਦਿਖਾਈ ਗਈ ਆ ਉਹ ਸਾਡੀ ਨਿਊਟਰਲ ਵਾਇਰ ਹੈਗੀ ਆ, ਔਰ ਜਿਹੜੀ ਲਾਈਨ ਡਾਰਕ ਹੈਗੀ ਆ ਉਹ ਸਾਡੀ ਫੇਜ਼ ਵਾਇਰ ਆ। ਦੋਨਾਂ ਦਾ ਆਪਸ ਵਿੱਚ ਕੋਈ ਕਨੈਕਸ਼ਨ ਨਹੀਂ ਹੈ ਦੋਨੋਂ ਦਾ, ਕਿਉਂਕਿ ਜਦੋਂ ਅਸੀਂ ਸਰਕਟ ਦੇ ਵਿੱਚ ਕੋਈ पोर्टेबल डिवाइस ਜਾਂ ਕੋਈ ਲੈਂਪ ਵਗੈਰਾ ਜਾਂ ਫੈਨ ਕਨੈਕਟ ਕਰਾਂਗੇ ਤਾਂ ਉਹਦਾ ਸਰਕਟ ਕੰਪਲੀਟ ਹੋ ਜਾਏਗਾ। ਤਾਂ ਇੱਥੇ ਅਸੀਂ ਸੈਪਰੇਟ ਰੱਖਿਆ, ਫੇਜ਼ ਔਰ ਨਿਊਟਰਲ ਨੂੰ ਅਸੀਂ ਚੈੱਕ ਕਰਦੇ ਹਾਂ, ਦੋਨੋਂ ਕੰਡਕਟਰ ਦੀ ਰੈਜ਼ਿਸਟੈਂਸ ਚੈੱਕ ਕਰਦੇ ਹਾਂ ਆਪਸ ਵਿੱਚ, ਉਹਨਾਂ ਦੀ ਜਿਹੜੀ ਲੀਕੇਜ ਜ਼ਿਆਦਾ ਤਾਂ ਨਹੀਂ ਹੈ। ਤਾਂ ਇਹਦੇ ਵਿੱਚ 0.5 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੇ ਘਟਦੀ ਆ ਤਾਂ ਕਿਸੇ ਜਗ੍ਹਾ ਤੇ ਸਾਡੇ ਕਿਸੇ ਸਰਕਟ ਦੇ ਵਿੱਚ ਜਿਹੜੀ ਹੈਗੀ ਆ ਫੇਜ਼ ਔਰ ਨਿਊਟਰਲ ਵਾਇਰ ਹੈਗੀਆਂ, ਉਹ ਕਿਤੇ ਲੀਕੇਜ ਹੋ ਰਹੀ ਹੈ, ਉਹਨਾਂ ਦੇ ਆਪਸ 'ਚ ਕਿਤੇ ਸਰਕਟ ਜੁੜ ਰਿਹਾ ਹੈਗਾ। ਫਿਰ ਅਸੀਂ ਉਹਨੂੰ ਸਬ ਸਰਕਟ ਤੇ ਅਲੱਗ-ਅਲੱਗ ਜਾ ਕੇ ਚੈੱਕ ਕਰ ਸਕਦੇ ਹੈਗੇ। ਨੈਕਸਟ ਸਾਡਾ ਜਿਹੜਾ ਟੈਸਟ ਹੈਗਾ ਥਰਡ, ਉਹ ਹੈਗਾ ਟੈਸਟ ਆਫ ਪੋਲੈਰਿਟੀ ਆਫ ਸਿੰਗਲ ਪੋਲ ਸਵਿਚਸ। ਜਿਹੜੀਆਂ ਅਸੀਂ ਸਵਿਚ ਲਗਾਈਆਂ ਹੋਈਆਂ ਸਾਡੇ ਬੋਰਡ ਦੇ ਉੱਪਰ, ਜਿਹੜੀਆਂ ਸਵਿਚ ਬੋਰਡ ਨੇ ਅਲੱਗ-ਅਲੱਗ ਰੂਮ ਦੇ ਵਿੱਚ ਜਾਂ ਅਲੱਗ-ਅਲੱਗ ਪਲੇਸ ਤੇ ਜਿੱਥੇ ਅਸੀਂ ਸਵਿਚ ਲਗਾਈਆਂ ਨੇ, ਉਹਦੇ ਲਈ ਅਸੀਂ ਜਿਹੜਾ ਇਹ ਟੈਸਟ ਕਰਦੇ ਹੈਗੇ ਆ। In a low voltage installation, this test is performed to verify that all the single pole switches have been connected to phase throughout the installation। यानी कि पूरी installation जिन्नी साडी वायरिंग आ, ਇਹ ਨਹੀਂ ਗਾ ਕਿ ਕੁਝ ਪਾਰਟ ਦੇ ਵਿੱਚ ਫੇਸ ਤੇ ਜੁੜੀਆਂ, ਕੁਝ ਦੇ ਜਗ੍ਹਾ ਅਸੀਂ ਨਿਊਟਰਲ 'ਚ ਜੁੜੀਆਂ। ਅਸੀਂ ਇਹਨਾਂ ਚੀਜ਼ਾਂ ਨੂੰ ਚੈੱਕ ਕਰਨਾ ਹੈਗਾ ਕਿ ਸਾਡੀਆਂ ਟੋਟਲੀ ਜਿਹੜੀਆਂ ਸਵਿਚਸ ਨੇ ਜਿਨ੍ਹਾਂ ਨੇ ਫੇਜ਼ ਨੂੰ ਕੰਟਰੋਲ ਕਰਨਾ। ਜਿਵੇਂ ਕਿ ਅਸੀਂ ਸਵਿਚ ਨੂੰ ਯੂਜ਼ ਹੀ ਇਸ ਸਰਕਟ ਦੇ ਬ੍ਰੇਕ ਔਰ ਮੇਕ ਦੇ ਲਈ ਤਾਂ ਕਰਦੇ ਹਾਂ, ਸਵਿਚ ਸਰਕਟ ਨੂੰ ਜੋੜਦੀ ਔਰ ਤੋੜਦੀ ਤਾਂ ਹੈ, ਲੇਕਿਨ ਅਸੀਂ ਫੇਜ਼ ਦੇ ਉੱਪਰ ਲਗਾਉਣੇ ਆ ਤਾਂ ਕਿ ਅਸੀਂ ਫੇਜ਼ ਨੂੰ ਕੰਟਰੋਲ ਕਰ ਲਈਏ। ਤਾਂ ਇਹ ਟੈਸਟ ਇਸ ਚੀਜ਼ ਨੂੰ ਚੈੱਕ ਕਰਨ ਵਾਸਤੇ ਹੈਗਾ। ਤਾਂ ਇਸ ਟੈਸਟ ਦੇ ਦੌਰਾਨ ਅਸੀਂ ਇੱਕ ਸੀਰੀਜ਼ ਲੈਂਪ ਦੀ ਹੈਲਪ ਲੈਂਦੇ ਹਾਂ। ਤਾਂ ਉਸ ਦੇ ਜਿਹੜਾ ਸਾਡਾ ਸਵਿਚ ਦਾ ਨੀਚੇ ਪੁਆਇੰਟ ਹੈਗਾ, ਜਿੱਥੇ ਅਸੀਂ ਸਪਲਾਈ ਉਹਨੂੰ ਫੇਜ਼ ਵਾਇਰ ਨਾਲ ਕਨੈਕਟ ਕਰਦੇ ਹੈਗੇ ਆ, ਸਾਰੀਆਂ ਸਵਿਚਸ ਨੂੰ ਸ਼ਾਰਟ ਕਰਦੇ ਆ, ਉਹਨਾਂ ਨੂੰ ਕਾਮਨ ਜਿਹੜਾ ਫੇਸ ਦਿੰਦੇ ਹੈਗੇ ਆ, ਉਸ ਦੇ ਉੱਪਰ ਅਸੀਂ ਜਿਹੜਾ ਲੈਂਪ ਦੀ ਇੱਕ ਵਾਇਰ ਲਗਾਉਣੇ ਆ ਔਰ ਦੂਸਰੀ ਵਾਇਰ ਅਸੀਂ ਅਰਥ ਦੇ ਨਾਲ ਕਨੈਕਟ ਕਰਦੇ ਹੈਗੇ, ਅਰਥ ਦੇ ਨਾਲ ਕਨੈਕਟ ਕਰਦੇ ਆ। ਤਾਂ ਇਸ ਜਗ੍ਹਾ ਦੇ ਉੱਪਰ ਅਸੀਂ ਜਿਹੜਾ ਲਗਾ ਕੇ ਦੇਖਦੇ ਆ, ਅਗਰ ਲੈਂਪ ਸਾਡਾ ਲਾਈਟ ਨਹੀਂ ਦੇ ਰਿਹਾ, ਜਿਵੇਂ ਲੈਫਟ ਹੈਗਾ ਲੈਂਪ ਡਜ਼ ਨਾਟ ਲਾਈਟ, ਤਾਂ ਇਟ ਮੀਨਸ ਜਿਹੜੀ ਡਾਟਡ ਲਾਈਨ ਹੈ ਔਰ ਨਿਊਟਰਲ ਨਾਲ ਕਨੈਕਟ ਹੈਗੀ ਹੈ। ਜੇ ਸਾਡਾ ਲੈਂਪ ਨਿਊਟਰਲ ਨਾਲ ਔਰ ਦੂਸਰੀ ਸਾਈਡ ਅਰਥ ਨਾਲ ਜੁੜਿਆ ਤਾਂ ਲੈਂਪ ਗਲੋ ਨਹੀਂ ਹੋਏਗਾ, ਤਾਂ ਲਾਈਟ ਨਹੀਂ ਮਿਲੇਗਾ। ਸਾਨੂੰ ਇੱਥੋਂ ਇਹ ਇੰਡੀਕੇਸ਼ਨ ਮਿਲੇਗੀ ਕਿ ਸਾਡੀ ਜਿਹੜੀ ਸਵਿਚਸ ਹੈਗੀਆਂ ਨੇ ਉਹ ਨਿਊਟਰਲ ਦੇ ਉੱਪਰ ਲੱਗੀਆਂ ਹੋਈਆਂ ਨੇ। ਔਰ ਜਿਸ ਤਰ੍ਹਾਂ ਰਾਈਟ ਸਾਈਡ ਦੇ ਉੱਪਰ ਟੈਸਟ ਅਸੀਂ ਕਰ ਰਹੇ ਹੈਗੇ ਆ, ਇਹਦੇ ਉੱਪਰ ਕੀ ਆ, ਫੇਜ਼ ਵਾਇਰ ਜਿਹੜੀ ਸਵਿਚ ਦੇ ਨਾਲ ਕਨੈਕਟ ਹੈਗੀ ਆ, ਔਰ ਜਦੋਂ ਅਸੀਂ ਲੈਂਪ ਨੂੰ ਉਹਦੇ ਨਾਲ ਕਨੈਕਟ ਕਰਦੇ ਆ ਅਰਥ ਵਾਇਰ ਦੇ ਥਰੂ, ਉਸ ਟਾਈਮ ਜੇ ਲੈਂਪ ਸਾਡਾ ਗਲੋ ਕਰਦਾ ਹੈਗਾ, ਲੈਂਪ ਸਾਡਾ ਲਾਈਟ ਦੇ ਰਿਹਾ ਹੈਗਾ, ਤਾਂ ਉਸ ਸਮੇਂ ਕੀ ਆ, ਸਾਡੀ ਸਵਿਚ ਦੀ ਪੋਲੈਰਿਟੀ ਸਹੀ ਹੈਗੀ ਆ ਔਰ ਉਹ ਫੇਜ਼ ਦੇ ਉੱਪਰ ਕਨੈਕਟ ਹੈਗੀ ਆ।
ਇੱਥੇ ਅਸੀਂ ਇਹਦੇ ਵਿੱਚ ਹੀ ਅਸੀਂ ਇੱਕ ਟੈਸਟ ਹੋਰ ਵੀ ਨਾਲ ਕਰ ਸਕਦੇ ਹੈਗੇ ਆ, ਜਿਸ ਤਰ੍ਹਾਂ ਅਸੀਂ ਅਰਥ ਪੁਆਇੰਟ ਦਾ ਵੀ ਅਸੀਂ ਚੈੱਕ ਕਰ ਲੈਂਦੇ ਹੈਗੇ ਆ। ਜਦੋਂ ਸਾਡਾ ਸਪੋਜ਼ ਅਸੀਂ ਪਹਿਲਾਂ ਫੇਜ਼ ਵਾਇਰ ਚੈੱਕ ਕਰ ਲਈ ਜਿਵੇਂ ਲਾਈਨ ਟੈਸਟਰ ਦੀ ਹੈਲਪ ਦੇ ਨਾਲ, ਤਾਂ ਉੱਥੇ ਅਸੀਂ ਇੱਕ ਵਾਇਰ ਫੇਜ਼ ਦੇ ਉੱਪਰ ਲਗਾ ਕੇ ਦੂਸਰਾ ਸਾਡਾ ਜਿਹੜਾ ਸੌਕਟ ਦੇ ਉੱਪਰ ਅਰਥ ਪੁਆਇੰਟ ਹੈ, ਉੱਪਰ ਟੌਪ ਤੇ ਜਿਹਦਾ ਹੋਲ ਜ਼ਿਆਦਾ ਵੱਡਾ ਹੁੰਦਾ ਉਹ ਸਾਡਾ ਅਰਥ ਪੁਆਇੰਟ ਹੈਗਾ, ਤਾਂ ਅਸੀਂ ਉੱਥੇ ਅਸੀਂ ਲੈਂਪ ਦੀ ਵਾਇਰ ਲਗਾ ਸਕਦੇ ਹਾਂ। ਜੇ ਲੈਂਪ ਗਲੋ ਕਰਦਾ ਇਟ ਮੀਨਸ ਸਾਡਾ ਜਿਹੜੇ ਅਰਥ ਵਾਇਰ ਦੀ ਕੰਟੀਨਿਊਟੀ ਆ ਉਹ ਪ੍ਰੋਪਰ ਅਰਥ ਦੇ ਨਾਲ ਕਨੈਕਟ ਹੋਈ ਹੈ, ਉਹਦੇ ਨਾਲ ਵਰਕ ਕਰ ਰਿਹਾ ਸਾਡੇ ਅਰਥ ਦੇ ਪੁਆਇੰਟ ਵੀ। ਕਈ ਵਾਰ ਇਹ ਹੁੰਦਾ ਕਿ ਅਸੀਂ ਕੋਈ ਪੋਰਟੇਬਲ ਡਿਵਾਈਸ ਜਾਂ ਅਸੀਂ ਕੋਈ ਕੂਲਰ ਵਗੈਰਾ ਲਗਾਇਆ ਹੋਇਆ, ਉਹਦੀ ਬਾਡੀ ਦੇ ਵਿੱਚ ਜੇ ਲੀਕੇਜ ਹੋ ਰਹੀ ਹੈ ਕਰੰਟ ਦੀ, ਤੇ ਲੇਕਿਨ ਜੇ ਅਰਥ ਦੇ ਨਾਲ ਪੁਆਇੰਟ ਪ੍ਰੋਪਰ ਕੰਮ ਨਹੀਂ ਕਰ ਰਿਹਾ ਤਾਂ ਸਾਡਾ ਅਰਥਿੰਗ ਕਰਨ ਦਾ ਕੋਈ ਫਾਇਦਾ ਨਹੀਂ, ਪਰ ਉਹ ਕੀ ਹੈ ਸਾਨੂੰ ਸ਼ੌਕ ਦੇ ਸਕਦਾ। ਉਹਦਾ ਅਰਥ ਪੁਆਇੰਟ ਵੀ ਅਸੀਂ ਇੱਥੇ ਚੈੱਕ ਕਰ ਸਕਦੇ ਹਾਂ। ਇਸ ਟੈਸਟ ਦੇ ਵਿੱਚ ਜਿਹੜਾ ਹੈਗਾ ਟੈਸਟਿੰਗ ਆਫ ਅਰਥ ਕੰਟੀਨਿਊਟੀ ਪਾਥ, ਅਰਥ ਕੰਟੀਨਿਊਟੀ ਪਾਥ, ਯਾਨੀ ਕਿ ਅਸੀਂ ਟੈਸਟ ਕਰਦੇ ਹਾਂ ਕਿ ਸਾਡਾ ਜਿਹੜਾ ਅਰਥ ਹੈਗਾ ਉਹ ਪ੍ਰੋਪਰ ਕੰਮ ਕਰ ਰਿਹਾ, ਕਿਉਂਕਿ ਜਿਹੜੇ ਅਸੀਂ 4-5 ਟੈਸਟ ਦੀ ਗੱਲ ਕਰ ਰਹੇ ਹਾਂ ਸਾਰੇ ਸਾਨੂੰ ਪਰਫਾਰਮ ਕਰਨੇ ਪੈਂਦੇ ਆ ਕਿ ਸਾਰੇ ਸਾਡੇ ਵਰਕ ਕਰਦੇ ਹੈਗੇ ਆ ਅਲੱਗ-ਅਲੱਗ। ਇਹ ਅਸੀਂ ਅੱਗੇ ਪਿੱਛੇ ਵੀ ਟੈਸਟ ਕਰ ਸਕਦੇ ਹਾਂ, ਜ਼ਰੂਰੀ ਨਹੀਂ ਇਸੇ ਸੀਕੁਐਂਸ 'ਚ ਕਰਨਾ। ਜੇ ਅਸੀਂ ਅਰਥ ਸਾਡਾ ਪ੍ਰੋਪਰ ਨਹੀਂ ਕੰਮ ਕਰ ਰਿਹਾ ਤਾਂ ਸਾਡਾ ਟੈਸਟ ਵੀ ਕੁਝ ਪਰਫਾਰਮ ਦੂਸਰੇ ਨਹੀਂ ਹੋਣਗੇ। ਤਾਂ ਜਦੋਂ ਅਸੀਂ ਇਸ ਨੂੰ ਚੈੱਕ ਕਰਨਾ ਅਰਥ ਕੰਟੀਨਿਊਟੀ ਨੂੰ ਕਿ ਅਰਥ ਨੂੰ ਪ੍ਰੋਪਰ ਕਰੰਟ ਲੀਕੇਜ ਜਿਹੜਾ ਉਹ ਚਲਿਆ ਜਾਏਗਾ, ਤਾਂ ਉਹਦੇ ਲਈ ਅਸੀਂ ਕੀ ਕਰਾਂਗੇ, ਫॉर ਮੇਕਿੰਗ ਦਿਸ ਟੈਸਟ ਵਿਦ ਦਾ ਹੈਲਪ ਆਫ ਮੈਗਰ, ਮੈਗਰ ਦੀ ਹੈਲਪ ਦੇ ਨਾਲ ਅਸੀਂ ਇਹਨੂੰ ਚੈੱਕ ਕਰਨਾ। ਦਾ ਮੇਨ ਸਵਿਚ ਇਜ਼ ਓਪਨ, ਮੇਨ ਸਵਿਚ ਨੂੰ ਅਸੀਂ ਖੋਲ ਦੇਣਾ, ਓਪਨ ਕਰ ਦੇਣਾ। ਦਾ ਮੇਨ ਫਿਊਜ਼ ਆਰ ਵਿਡਰਾਨ, ਮੇਨ ਫਿਊਜ਼ ਵੀ ਬਾਹਰ ਨਿਕਾਲ ਲੈਣੇ ਆ। all the switches are made on and all the lamp put in position, ਅਸੀਂ ਲੈਂਪ ਵੀ ਲਗਾ ਦੇਣੇ ਹੈਗੇ ਆ, ਸਾਰੀਆਂ ਸਵਿਚ ਨੂੰ ਔਨ ਕਰ ਦੇਣਾ ਹੈ। ਮੇਨ ਜਿਹੜੇ ਫਿਊਜ਼ ਹੈ ਉਹ ਅਸੀਂ ਨਿਕਾਲ ਲੈਣੇ ਆ ਔਰ ਮੇਨ ਸਵਿਚ ਨੂੰ ਔਨ ਕਰ ਲੈਣਾ ਹੈਗਾ। ਤਾਂ ਉਸ ਤੋਂ ਬਾਅਦ ਜਿਹੜਾ ਮੈਗਰ ਦਾ ਜਿਹੜਾ ਪੁਆਇੰਟ ਹੈਗੇ ਆ, ਦਾ L यानी कि लाइन टर्मिनल ऑफ मैगर इज कनेक्टेड टू मेन स्विच और कंड्यूट एंड द E ਜਿਹੜਾ ਹੈਗਾ टर्मिनल मैगर ਦਾ टर्मिनल्स ऑफ मैगर कनेक्टेड टू अर्थ पॉइंट। ये ਅਸੀਂ मेन स्विच ਦੇ ਉੱਪਰ परफॉर्म ਕਰ ਰਹੇ ਹਾਂ। मेन स्विच ਦੇ ਵਿੱਚ ਇਹਦੇ ਵਿੱਚ ਸਾਡਾ ਕੀ ਹੈ, ਅਰਥਿੰਗ ਅਸੀਂ ਲਾਸਟ ਸਰਕਟ ਦੇ ਵਿੱਚ ਚੈੱਕ ਕਰ ਚੁੱਕੇ ਹਾਂ ਕਿ ਸਾਡਾ ਅਰਥ ਪ੍ਰੋਪਰ ਕੰਮ ਕਰ ਰਿਹਾ ਹੈਗਾ ਵਾਇਰਿੰਗ ਦੇ ਅੰਦਰ। ਇਹ ਅਸੀਂ ਕਨੈਕਟ ਕਰ ਰਹੇ ਹਾਂ, ਜਿਹੜਾ ਸਾਡੇ ਘਰ ਦੇ ਬਾਹਰ ਅਸੀਂ ਅਰਥਿੰਗ ਕੀਤੀ ਹੋਈ ਹੈ ਉਹ ਪ੍ਰੋਪਰ ਸਾਡੀ ਮੇਨ ਸਵਿਚ ਦੇ ਨਾਲ ਜਾਂ ਜਿਹੜੇ ਸਰਕਟ ਨਾਲ ਅਸੀਂ ਜੋੜਨੀ ਅੰਦਰ ਇੰਸਟਾਲੇਸ਼ਨ ਨਾਲ ਅਰਥਿੰਗ ਪੁਆਇੰਟ ਜੋੜਨੇ, ਉਹਦੇ ਨਾਲ ਪ੍ਰੋਪਰ ਇਹ ਜੁੜਿਆ ਹੋਇਆ ਪੁਆਇੰਟ, ਉਹਦੇ ਲਈ ਅਸੀਂ ਚੈੱਕ ਕਰਦੇ ਹੈਗੇ। ਉਸ ਸਮੇਂ ਅਸੀਂ ਜਿਹੜਾ ਨੈਕਸਟ ਕਰਨਾ, ਦਾ ਹੈਂਡਲ ਆਫ ਦਾ ਮੈਗਰ ਇਜ਼ ਟਰਨ ਐਟ ਅ ਸਟੈਡੀ ਸਪੀਡ। ਤਾਂ ਜਿਹੜਾ ਮੈਗਰ ਨੂੰ ਅਸੀਂ ਸਥਿਰ ਸਪੀਡ ਤੇ ਚਲਾਉਣਾ ਹੈ, ਉਹਨੂੰ ਅਸੀਂ ਵੱਧ ਘੱਟ ਨਹੀਂ ਕਰਨਾ ਕਿ ਕਦੇ ਅਸੀਂ ਤੇਜ਼ ਕਰਤਾ ਜਾਂ ਸਲੋ ਕਰਤਾ ਤਾਂ ਉਹ ਕੀ ਆ ਅੰਦਰ ਜਿਹੜੀ ਉਹਨੇ ਵੋਲਟੇਜ ਬਿਲਡ ਕਰਨੀ ਹੈ ਉਹ ਵੱਧਦੀ ਘਟਦੀ ਜਾਏਗੀ, ਤੁਹਾਡੇ ਸਪੀਡ ਦੇ ਉੱਪਰ ਡਿਪੈਂਡ ਕਰਦੀ ਆ। ਜਿਵੇਂ ਮੈਂ ਪਹਿਲਾਂ ਦੱਸਿਆ 160 RPM ਜਿਹੜੇ ਹੈਗੇ 160 ਜਿਹੜੇ RPM ਤੇ ਆਪਰੇਟ ਹੁੰਦਾ, ਸਹੀ ਚੱਲਦਾ ਹੈਗਾ। The needle of Megger will indicate earth resistance value which should be between 0.5 and 1 ohm। ठीक है, ਇਹਦੇ ਵਿੱਚ ਕੀ ਹੈ, ਓਹਮ ਦੇ ਵਿੱਚ ਹੋਣੀ ਚਾਹੀਦੀ ਹੈ ਸਿੰਪਲ। ਜਿਹੜੀ ਇੱਥੇ ਅਸੀਂ ਧਿਆਨ ਦੇਣੀ ਹੈ ਗੱਲ, ਪਹਿਲਾਂ ਅਸੀਂ ਜਿਹੜੀ ਇਨਸੂਲੇਸ਼ਨ ਚੈੱਕ ਕਰ ਰਹੇ ਸੀਗੇ ਵਾਇਰ ਦੀ ਜਾਂ ਕੇਬਲ ਦੀ, ਉੱਥੇ ਅਸੀਂ ਮੈਗਾ ਓਮ ਦੇ ਵਿੱਚ ਜਾਂਦੇ ਸੀ ਕਿ ਉਹਦੀ ਰੈਜ਼ਿਸਟੈਂਸ ਮੈਗਾ ਓਮ 'ਚ ਹੋਣੀ ਚਾਹੀਦੀ ਹੈ। ਲੇਕਿਨ ਜਿਹੜਾ ਅਸੀਂ ਅਰਥ ਦੀ ਕੰਟੀਨਿਊਟੀ ਚੈੱਕ ਕਰ ਰਹੇ ਹਾਂ, ਅਰਥ ਦਾ ਜਿਹੜਾ ਕਰੰਟ ਪਾਸ ਕਰਨ ਦਾ ਰਾਸਤਾ ਚੈੱਕ ਕਰ ਰਹੇ ਹਾਂ, ਉੱਥੇ ਸਾਡੀ ਜਿਹੜੀ ਰੈਜ਼ਿਸਟੈਂਸ ਹੈਗੀ ਆ ਇਸ ਦੀ ਇਲੈਕਟ੍ਰੋਡ ਦੀ ਜਾਂ ਅਰਥਿੰਗ ਦੀ, ਉਹ ਓਹਮ ਦੇ ਵਿੱਚ ਹੋਣੀ ਚਾਹੀਦੀ ਹੈ, ਨਾ ਕਿ ਮੈਗਾ ਓਮ ਦੇ ਵਿੱਚ। ਕਿਉਂਕਿ ਜੇ ਰੈਜ਼ਿਸਟੈਂਸ ਹੀ ਜ਼ਿਆਦਾ ਹੋਏਗੀ ਤਾਂ ਸਾਡਾ ਕਰੰਟ ਕਿਸ ਤਰ੍ਹਾਂ ਪਾਸ ਹੋਏਗਾ, ਉਹਦੇ ਵਿੱਚੋਂ ਲੀਕੇਜ ਕਰੰਟ। ਤਾਂ ਇਹਦੀ ਰੈਜ਼ਿਸਟੈਂਸ 0.5 ਤੋਂ 1 ਮੈਗਾ ਓਮ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਅਗਰ
If a Mager needle show higher reading, it means that the main switch or conduit is not properly earthed, or the earth wire is broken somewhere, require correction. Means कि जे साडी मैगर दी नीडल इस ओम तो ज़्यादा रजिस्टेंस शो करती पई है ਜਾਂ ਮੈਗਾ ਓਮ ਦੇ ਵਿੱਚ ਸ਼ੋ ਕਰਦੀ ਪਈ ਹੈ, ਤਾਂ ਉੱਥੇ ਸਾਨੂੰ ਇਹ ਇੱਕ ਇੰਡੀਕੇਸ਼ਨ ਮਿਲਦੀ ਹੈ ਕਿ ਸਾਡੀ ਜਿਹੜੀ ਮੇਨ ਸਵਿਚ ਹੈ ਜਾਂ ਕੰਡਿਊਟ ਹੈ ਉਹ ਪ੍ਰੋਪਰ ਸਾਡੀ ਅਰਥ ਦੇ ਨਾਲ ਕਨੈਕਟ ਨਹੀਂ ਹੈਗੀ। ਕਿਸੇ ਨਾ ਕਿਸੇ ਜਗ੍ਹਾ ਕੁਝ ਗਲਤ ਹੈਗਾ, ਰੋਂਗ ਹੈਗਾ, ਜਾਂ ਉਹ ਲੂਜ਼ ਕਨੈਕਸ਼ਨ ਹੈਗਾ, ਜਾਂ ਉਹਦੇ ਵਿੱਚ ਜਿਹੜਾ ਕਿਸੇ ਜਗ੍ਹਾ ਜਿਹੜੀ ਵਾਇਰ ਆ ਰਹੀ ਹੈ, ਅਰਥ ਵਾਇਰ ਆ ਰਹੀ ਹੈ, ਚਾਹੇ ਉਹ ਅਰਥ ਇਲੈਕਟ੍ਰੋਡ ਤੋਂ ਆ ਰਹੀ ਹੈ, ਚਾਹੇ ਉਹ ਮੇਨ ਸਵਿਚ ਦੇ ਨਾਲ ਜੁੜੀ ਹੈ, ਜਾਂ ਉਹਦੇ ਰਾਸਤੇ 'ਚ ਵਾਇਰ ਆ ਉਹ ਕਿਸੇ ਜਗ੍ਹਾ ਤੋਂ ਬ੍ਰੇਕ ਹੋ ਗਈ ਆ, ਉਹਦਾ ਰਾਸਤਾ ਕੰਪਲੀਟ ਨਹੀਂ ਹੈਗਾ, ਉਹ ਸਾਨੂੰ ਚੈੱਕ ਕਰਨਾ ਪਏਗਾ ਕਿਸ ਜਗ੍ਹਾ ਤੇ ਕਿ ਬ੍ਰੇਕ ਹੋਇਆ ਹੈਗਾ, ਉਹਨੂੰ ਅਸੀਂ ਚੈੱਕ ਕਰਨਾ ਪੈਣਾ। ਤਾਂ ਇਹਦੇ ਵਿੱਚ ਇੱਕੋ ਚੀਜ਼ ਦਾ ਧਿਆਨ ਰੱਖਣਾ, ਕਿਉਂਕਿ ਅਸੀਂ ਜ਼ਿਆਦਾਤਰ ਜਿਹੜੇ ਟੈਸਟ ਪਿਛਲੇ ਚੈੱਕ ਕਰਦੇ ਆ ਰਹੇ ਹਾਂ ਉਹਨਾਂ ਦੇ ਵਿੱਚ ਸਾਡੀ ਇਨਸੂਲੇਸ਼ਨ ਦੀ ਰੈਜ਼ਿਸਟੈਂਸ ਆ, ਚਾਹੇ ਉਹ ਕੰਡਕਟਰ ਟੂ ਕੰਡਕਟਰ ਹੈ, ਚਾਹੇ ਕੰਡਕਟਰ ਟੂ ਅਰਥ ਹੈਗੀ ਆ, ਉੱਥੇ ਸਾਡੀ ਮੈਗਾ ਓਮ ਦੇ ਵਿੱਚ ਆ ਇਨਸੂਲੇਸ਼ਨ ਦੀ ਜਿਹੜੀ ਰੈਜ਼ਿਸਟੈਂਸ ਹੈ। ਇਹਦੇ ਵਿੱਚ ਸਿੰਪਲ ਓਹਮ ਹੈ ਕਿਉਂਕਿ ਅਸੀਂ ਕਰੰਟ ਹਮੇਸ਼ਾ ਲੋ ਰੈਜ਼ਿਸਟੈਂਸ ਵਾਲਾ ਪਾਥ ਲੈਂਦਾ, ਘੱਟ ਰੈਜ਼ਿਸਟੈਂਸ ਵਾਲਾ ਰਾਸਤਾ ਲੈਂਦਾ, ਅਸੀਂ ਉਹਦੀ ਰੈਜ਼ਿਸਟੈਂਸ ਘੱਟ ਰੱਖਣੀ ਹੈ, ਮਿਨੀਮਮ ਰੱਖਣੀ ਹੈ, ਤਾਂ ਕਿ ਸ਼ਾਰਟ ਟਾਈਮ ਦੇ ਵਿੱਚ ਕਰੰਟ ਜਲਦੀ ਤੋਂ ਜਲਦੀ ਅਰਥ ਦੇ ਵਿੱਚ ਪਾਸ ਹੋਵੇ ਔਰ ਸਾਡਾ ਜਿਹੜੀ ਹਿਊਮਨ ਜਿਹੜੀ ਹੈਗੀ ਆ ਕੋਈ ਲਾਸ ਨਾ ਹੋਵੇ, ਕਰੰਟ ਸਾਡੇ ਬੋਡੀ ਦੇ ਵਿੱਚੋਂ ਹਿਊਮਨ ਬੋਡੀ ਚੋਂ ਪਾਸ ਹੋਣ ਦੀ ਬਜਾਏ ਅਰਥ ਦੇ ਵਿੱਚ ਚਲਿਆ ਜਾਵੇ। ਇਹ ਚੈੱਕ ਕਰਨਾ ਇਹਦੇ ਵਿੱਚ। ਉਸ ਤੋਂ ਨੈਕਸਟ ਸਾਡਾ ਜਿਹੜਾ ਅਰਥ ਰੈਜ਼ਿਸਟੈਂਸ ਟੈਸਟ ਬਾਏ ਅਰਥ ਟੈਸਟ, ਅਸੀਂ ਪਹਿਲੇ ਵਾਲੇ ਜਿੰਨੇ ਟੈਸਟ ਸੀਗੇ ਉਹ ਟੈਸਟ ਕੀਤੇ ਸੀਗੇ ਅਸੀਂ ਇਨਸੂਲੇਸ਼ਨ ਟੈਸਟਰ ਨਾਲ, ਮੈਗਰ ਦੀ ਹੈਲਪ ਦੇ ਨਾਲ ਕੀਤੇ ਸੀ, ਜਿਹੜੀ ਇਨਸੂਲੇਸ਼ਨ ਚੈੱਕ ਕੀਤੀ ਹੈ। ਕਿਉਂਕਿ ਜਿਹੜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵਾਇਰ ਦੀ ਜਿਹੜੀ ਕੰਡਕਟਰ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ ਔਰ ਇਨਸੂਲੇਟਰ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ, ਜਿਵੇਂ ਅਸੀਂ ਲਾਸਟ ਪੜ੍ਹਦੇ ਆ ਰਹੇ ਹਾਂ। ਔਰ ਉਹਦੇ ਵਿੱਚ ਸਾਡੇ ਮੈਗਰ ਦੇ ਦੁਆਰਾ ਅਸੀਂ ਇਨਸੂਲੇਸ਼ਨ ਚੈੱਕ ਕਰਦੇ ਹਾਂ ਜਿਹੜੀ ਮੈਗਾ ਓਮ 'ਚ ਚਲੀ ਜਾਂਦੀ ਹੈ, ਔਰ ਜਿਹੜਾ ਅਰਥ ਟੈਸਟਰ ਹੈਗਾ ਉਹਨੇ ਅਰਥ ਦੀ ਰੈਜ਼ਿਸਟੈਂਸ ਚੈੱਕ ਕਰਨੀ ਹੈ ਜਿਹੜੀ ਮਿਨੀਮਮ ਹੋਣੀ ਚਾਹੀਦੀ ਹੈ। ਇਹ ਅਲੱਗ ਉਸ ਤੋਂ ਜਿਹੜਾ ਸਾਡਾ ਇਕਵਿਪਮੈਂਟ ਹੈਗਾ, ਮੇਜ਼ਰਿੰਗ ਇੰਸਟਰੂਮੈਂਟ ਆ ਜਾਂਦਾ ਇਲੈਕਟ੍ਰੀਕਲ ਦਾ, ਇਹ ਅਲੱਗ ਇੰਸਟਰੂਮੈਂਟ ਹੈਗਾ ਅਰਥ ਟੈਸਟਰ। ਇਹਦੇ ਵਿੱਚ ਇਹ ਵੀ ਹੈਂਡ ਡਰਿਵਨ ਹੈਗਾ, ਲੇਕਿਨ ਇਹਦੇ ਵਿੱਚ ਸਾਡੇ ਕੋਲ 4 ਟਰਮੀਨਲ ਹੁੰਦੇ ਨੇ। ਜਿਵੇਂ ਮੈਗਰ ਦੇ ਵਿੱਚ ਅਸੀਂ 2 ਟਰਮੀਨਲ ਚੈੱਕ ਦੇਖੇ ਸੀਗੇ, ਉਹਦੀ ਪਿਕਚਰ ਦਿਖਾਈ ਸੀਗੀ, ਇੱਕ E ਟਰਮੀਨਲ ਅਰਥ ਟਰਮੀਨਲ ਔਰ ਇੱਕ L ਟਰਮੀਨਲ ਲਾਈਨ ਦਾ ਟਰਮੀਨਲ ਸੀਗਾ। ਇਹਦੇ ਵਿੱਚ 4 ਟਰਮੀਨਲ ਸਾਨੂੰ ਮਿਲਦੇ ਆ, ਜਿਹੜੀ ਉਹਦੀ ਪਹਿਚਾਣ ਅਲੱਗ ਤੋਂ ਹੈਗੀ ਆ, ਜਿਹਦੇ ਵਿੱਚ P1 ਠੀਕ ਹੈ, 2 ਕਰੰਟ ਕੋਇਲ ਦੇ 2 ਪ੍ਰੈਸ਼ਰ ਕੋਇਲ ਦੇ ਟਰਮੀਨਲਸ ਹੁੰਦੇ ਨੇ ਸਾਡੇ ਇਹਦੇ ਉੱਪਰ ਇੰਸਟਰੂਮੈਂਟ ਦੇ ਉੱਪਰ, ਔਰ ਸਕੇਲ ਜਿਹੜੀ ਹੈਗੀ ਉਹ ਮੈਗਾ ਓਮ ਦੀ ਬਜਾਏ ਉਹਦੇ ਵਿੱਚ ਓਹਮ ਦੇ ਵਿੱਚ ਹੁੰਦੀ ਹੈ। ਜਿਹੜੀ ਇਹਦੀ ਪਹਿਚਾਣ ਅਰਥ ਟੈਸਟਰ ਇਹਦੇ ਉੱਪਰ ਇੰਡੀਕੇਟ ਕੀਤਾ ਹੁੰਦਾ, ਲਿਖਿਆ ਹੁੰਦਾ। ਤਾਂ ਇਸ ਟੈਸਟ ਦੇ ਵਿੱਚ ਅਸੀਂ ਕਰਨਾ ਕੀ ਹੈ, the instrument consists of 4 terminal mark, ਇੰਸਟਰੂਮੈਂਟ ਦੇ ਉੱਪਰ 4 ਟਰਮੀਨਲ ਮਾਰਕ ਕੀਤੇ ਹੁੰਦੇ ਆ, P1 C1 P2 ਔਰ C2, यानी कि P यानी कि इंडिकेट करदियां ने पोटेंशियल कोयल और C यानी कि करंट कोयल। और ਇਹਦੇ ਵਿੱਚ P1 and C1 are linked together, ਉਹਨਾਂ ਦੋਨਾਂ ਨੂੰ ਅਸੀਂ P1 ਔਰ C1 ਨੂੰ ਅਸੀਂ ਜੋੜ ਕੇ ਇੱਕ ਟਰਮੀਨਲ ਬਣਾ ਲੈਂਦੇ ਆ, ਇੱਕ ਟਰਮੀਨਲ when testing a single earth electrode। ਜਦੋਂ ਅਸੀਂ ਸਿੰਗਲ ਅਰਥ ਇਲੈਕਟ੍ਰੋਡ ਨੂੰ ਜੋੜਦੇ ਹਾਂ ਤਾਂ ਉਹਦੇ ਨਾਲ ਅਸੀਂ ਇਸ ਨੂੰ ਕਨੈਕਟ ਕਰ ਦਿੰਦੇ ਹੈਗੇ ਆ ਟੈਂਪਰੇਰੀ ਤੌਰ ਤੇ। ਔਰ ਉਸ ਤੋਂ ਜਿਹੜੀ ਦੂਰੀ ਹੈਗੀ ਆ, ਜਿਹੜੇ ਸਾਡੇ P2 ਔਰ C2 ਹੈਗੇ ਆ, C2 ਨੂੰ ਤਕਰੀਬਨ ਜਿਹੜੇ ਸਾਡਾ ਇਲੈਕਟ੍ਰੋਡ ਹੈਗਾ ਉਸ ਤੋਂ ਦੂਰੀ ਮੰਨੀ ਜਾਂਦੀ ਹੈ 25 ਮੀਟਰ ਦੇ ਕਰੀਬ। ਅਸੀਂ ਦੂਰੀ ਤੇ ਇੱਕ ਰੋਡ ਨੂੰ ਜ਼ਮੀਨ ਦੇ ਵਿੱਚ ਲਗਾਉਣੇ ਆ, ਔਰ ਦੂਸਰਾ ਜਿਹੜਾ ਪੁਆਇੰਟ, ਇਸੇ ਪੁਆਇੰਟ ਤੋਂ ਪੋਟੈਂਸ਼ੀਅਲ ਜਿਹੜੀ ਰੋਡ ਹੈਗੀ ਆ ਉਸ ਨੂੰ ਅਸੀਂ ਤਕਰੀਬਨ 12 ਮੀਟਰ P2 ਟਰਮੀਨਲ ਆ ਉਹਦੇ ਉੱਪਰ ਲਗਾਉਣੇ ਆ, ਜਿਸ ਤਰ੍ਹਾਂ ਨੈਕਸਟ ਪਿਕਚਰ ਦੇ ਵਿੱਚ ਹੈਗਾ।
Put a tester horizontally on the firm stand free from surrounding magnetic field। यानी कि इसनों असी हॉरिजेंटली पोजीशन च रख के अर्थ टेस्टर नो, और उस दे नज़दीक कोई मैग्नेटिक फील्ड का इफेक्ट नहीं होना चाहिए, उसके नज़दीक उस तो फ्री होना चाहिए। ठीक है, strong magnetic field so firmly that the tester will not be shake when it handle is turn। ਜਦੋਂ ਅਸੀਂ ਇਸ ਨੂੰ ਹੈਂਡਲ ਨੂੰ ਆਪਰੇਟ ਕਰਦੇ ਹਾਂ ਤਾਂ ਜਿਹੜੀਆਂ ਸਪਾਈਕਸ ਨੇ, ਜਿਹੜੀਆਂ ਰੋਡ ਨੇ, ਉਹਨਾਂ ਨੂੰ ਅਸੀਂ ਟੱਚ ਨਹੀਂ ਕਰਨਾ। use the range which switch provide in the instrument and set into a suitable scale। now turn the handle in proper direction। ਜਿਹੜੀ ਡਾਇਰੈਕਸ਼ਨ ਉਸ ਦੀ ਦਿੱਤੀ ਗਈ ਆ ਉਸ ਸਾਈਡ ਅਸੀਂ ਉਸ ਨੂੰ ਹੈਂਡਲ ਨੂੰ ਆਪਰੇਟ ਕਰਨਾ ਹੈ। at the required speed, जिस तरह 160 rpm है वो स्पीड दी हुई है, असी उस ते उसनों घुमाना है। note the reading on scale, their reading are taken from different distance। यानी कि जड़ियाँ असी अर्थ इलैक्ट्रोड तो जड़ियाँ 25 मीटर और 12 मीटर ते जड़ियाँ दोनों रॉड लगाइयां उन्होंने असी उहदे आले दुआले यानी कि राउंड पोजीशन दे विच अलग अलग जगह ते असी लगा के देखना हैगा, और उसकी जिहड़ी वैल्यू हैगी आ 1 ओम तो वध नहीं होनी चाहिए। जे असी उहदी पिक्चर नूं देखिए तो इहदे विच साडे कोल 4 टर्मिनल्स ने अर्थ टेस्टर दे, जिस दे विच C1 और P1 दोनों नूं असी शॉर्ट करके जिहड़ी इलैक्ट्रोड नूं असी टेस्ट करन जा रहे हैं। ਜਿਹੜਾ ਲੈਫਟ ਸਾਈਡ ਤੇ ਅਰਥ ਇਲੈਕਟ੍ਰੋਡ ਟੂ ਬੀ ਟੈਸਟਡ, ਜਿਸ ਜਿਹੜੀ ਅਸੀਂ ਅਰਥਿੰਗ ਕੀਤੀ ਆ ਇਲੈਕਟ੍ਰੋਡ ਨੂੰ ਅਸੀਂ ਉਹਦੇ ਨਾਲ ਕਨੈਕਟ ਕਰਦੇ ਆ C1 ਔਰ P1, ਔਰ ਜਿਹੜੇ ਦੂਸਰੇ ਸਾਡੇ ਕੋਲ ਦੋ ਟਰਮੀਨਲ ਬਚ ਜਾਂਦੇ ਆ P2 ਔਰ C2, ਇਹਨਾਂ ਨੂੰ ਅਸੀਂ ਪੋਟੈਂਸ਼ੀਅਲ ਰੋਡ ਜਿਹੜੀ ਕਰੰਟ ਕੋਇਲ ਹੈ, ਕਰੰਟ ਰੋਡ ਹੈਗੀਆਂ ਅਸੀਂ ਲਗਾਈਆਂ ਹੋਈਆਂ ਇਲੈਕਟ੍ਰੋਡ ਤੋਂ 25 ਮੀਟਰ ਦੀ ਦੂਰੀ ਤੇ, ਔਰ ਪੋਟੈਂਸ਼ੀਅਲ ਜਿਹੜੀ 12.5 ਮੀਟਰ ਦੀ ਦੂਰੀ ਤੇ ਲਗਭਗ ਅਸੀਂ ਲਗਾਈ ਹੈ, ਉਹਦੇ ਨਾਲ ਕਨੈਕਟ ਕਰਦੇ ਆ। ਉਸ ਤੋਂ ਬਾਅਦ ਚੋਂ ਜਿਹੜਾ ਇਹਦੇ ਉੱਪਰ DC ਸ਼ੰਟ ਜਨਰੇਟਰ ਲੱਗਿਆ ਦਾ ਹੈਂਡਲ ਆਪਰੇਟ ਕਰਦੇ ਆ ਤਾਂ ਸਾਨੂੰ ਜਿਹੜੀ ਰੀਡਿੰਗ ਹੈ 1 ਓਹਮ ਦੇ ਨਜ਼ਦੀਕ ਰਹਿਣੀ ਚਾਹੀਦੀ ਹੈ, ਘੱਟ ਰਹਿਣੀ ਚਾਹੀਦੀ ਹੈ, ਕਿਉਂਕਿ ਮਿਨੀਮਮ ਰਜਿਸਟੈਂਸ ਹੋਣੀ ਚਾਹੀਦੀ ਹੈ ਅਰਥ ਇਲੈਕਟ੍ਰੋਡ ਦੀ। ਫਿਰ ਅਸੀਂ ਇਹਦੀ ਡਿਫਰੈਂਟ ਪਲੇਸ ਤੇ ਯਾਨੀ ਕਿ ਉਹਦੇ ਇਲੈਕਟ੍ਰੋਡ ਦੇ ਅਰਾਊਂਡਿੰਗ ਅਸੀਂ ਉਹਦੇ ਚਾਰੋਂ ਸਾਈਡ ਰੀਡਿੰਗ ਲਵਾਂਗੇ, ਔਰ ਜਿਹੜੀ ਇਹ ਰੀਡਿੰਗ ਲਵਾਂਗੇ ਇਹਦੀ ਐਵਰੇਜ ਕੱਢ ਲਾਂਗੇ। ਜਿਸ ਤਰ੍ਹਾਂ 3 ਜਾਂ 4 ਰੀਡਿੰਗ ਲਵਾਂਗੇ ਉਹਦੀ ਜਿਹੜੀ ਐਵਰੇਜ ਹੋਏਗੀ ਉਹ ਰੀਡਿੰਗ ਸਾਡੀ 1 ਓਹਮ ਤੋਂ ਘੱਟ ਆਉਣੀ ਚਾਹੀਦੀ ਹੈ। ਜੇ ਉਹ ਵੱਧ ਆ ਰਹੀ ਹੈ ਥੋੜੀ ਤਾਂ ਸਾਨੂੰ ਉਹਦੀ ਅਰਥ ਰਜਿਸਟੈਂਸ ਨੂੰ ਜਿਹੜਾ ਘਟਾਉਣਾ ਪਏਗਾ, ਔਰ ਘਟਾਉਣ ਦੇ ਲਈ ਅਸੀਂ ਜਿਸ ਤਰ੍ਹਾਂ ਅਰਥਿੰਗ ਦੇ ਵਿੱਚ ਅਲੱਗ-ਅਲੱਗ ਮੈਥਡ ਦੇਖੇ ਆ उसके नज़दीक, क्योंकि ये प्रॉब्लम सानू गर्मियां दे विच आउंदी है जदों पानी का जिहड़ा वाटर लैवल नीचे चलिया जांदा उस टाइम अर्थ प्रॉपर काम नहीं करती, उस समय असीं उहदे विच जिहड़ा नज़दीक पानी पाउण दे लई जिहड़ा असीं साधन रखिया होया असीं पानी पाउने आ तां कि उहदे नज़दीक अर्थ इलैक्ट्रोड दे जिहड़ा नमी बनी रहे, आले दुआले नमी रहे, तो जिहड़ी अर्थिंग चंगी तरह काम करे। और जे साडा अर्थ प्रॉपर काम नहीं कर रहा तो साडी जिहड़ी वायरिंग है वो साडी की है सेफ नहीं हैगी, सेफ नहीं है, क्योंकि उन्हें जिहड़ा लीकेज करंट पास नहीं कराउणा, तो ये बहुत जरूरी है जिहड़ी अर्थिंग दी प्रॉपर काम करना। इस तो इलावा साडे छोटे टैसट आ जाते हैं जिहड़े इहदे विच रह गए हैगे, उहदे विच एक ओपन सर्किट टैसट आ जाता। ओपन सर्किट टैसट इस दे विच असी चैक करते हैं कि जिहड़ा साडे सर्किट हैगे अंदर वायरिंग दे विच उन्हां दे विच कोई ओपन तो नहीं रह गया, कोई वर्क करना तो नहीं रह गया। इस दे विच असी जिहड़ा प्रोसीजर अपनाउणा हैगा उहदे च मेन स्विच ऑफ रखनी है, सारे फ्यूज जिहड़े निकाल देने हैगे आ, और जिहड़े लैंप और जिहड़े फैन ने वो असी लगे रहन देने, ऑन रहन देने, सारे स्विच नूं असी ऑफ पोजीशन च रखना। जिहड़ा मैगर हैगा इंसुलेशन टैस्टर आ उहदे जिहड़े टर्मिनल्स ने वो असी अलग अलग सर्किट नूं चैक कर रहे हैं
ਉਹਦੇ ਵਿੱਚ ਅਸੀਂ ਬੋਰਡ ਦੇ ਕਿਸੇ ਵੀ ਜਿਹੜਾ ਡਿਸਟ੍ਰੀਬਿਊਸ਼ਨ ਬੋਰਡ ਹੈ ਉਹਦੇ ਜਿਹੜੇ ਦੋ ਟਰਮੀਨਲਸ ਨੇ ਫੇਜ਼ ਔਰ ਨਿਊਟਰਲ, ਉਹਦੇ ਨਾਲ ਅਸੀਂ ਕਨੈਕਟ ਕਰ ਦਿੰਦੇ ਹਾਂ। ਔਰ ਜਦੋਂ ਅਸੀਂ ਇੰਸੂਲੇਸ਼ਨ ਟੈਸਟਰ ਨੂੰ ਘੁਮਾਉਂਦੇ ਆ, ਉਹਨੂੰ ਰੋਟੇਟ ਕਰਦੇ ਆ, ਤਾਂ ਇੱਕ ਇੱਕ ਕਰਕੇ ਅਸੀਂ ਸਵਿਚ ਔਨ ਜਾਂ ਆਫ ਕਰਨੀ ਹੈ, ਔਨ ਆਫ ਕਰਨੀ ਹੈਗੀ ਆ। ਇਸ ਸਮੇਂ ਜਿਹੜੀ ਆਫ ਪੋਜੀਸ਼ਨ ਤੇ ਇਨਫਿਨਿਟੀ ਆਉਣੀ ਚਾਹੀਦੀ ਹੈ, ਯਾਨੀ ਕਿ ਰजिस्टेंस ਬੇਅੰਤ ਆਉਣੀ ਚਾਹੀਦੀ ਹੈ। ਔਰ ਅਗਰ ਉਹ ਘੱਟ ਨਜ਼ਰ ਆ ਰਹੀ ਹੈ ਤਾਂ ਇਟ ਮੀਨਸ ਉੱਥੇ ਕੀ ਹੈ, ਸ਼ਾਰਟ ਸਰਕਟ ਹੈਗਾ। ਇਸ ਤਰ੍ਹਾਂ ਅਸੀਂ ਸਾਰੇ ਜਿਹੜੇ ਡਿਸਟ੍ਰੀਬਿਊਸ਼ਨ ਸਰਕਟ ਹੈਗੇ, ਬੋਰਡ ਹੈਗੇ, ਉਹਨਾਂ ਤੇ ਚੈੱਕ ਕਰਦੇ ਹਾਂ। ਇਸੇ ਪੋਜੀਸ਼ਨ ਤੇ ਹੀ ਸਾਡਾ ਸ਼ਾਰਟ ਸਰਕਟ ਟੈਸਟ ਵੀ ਹੋ ਜਾਂਦਾ, ਸ਼ਾਰਟ ਸਰਕਟ ਟੈਸਟ ਵੀ ਹੋ ਜਾਂਦਾ ਹੈਗਾ। ਉਹਦੇ ਵਿੱਚ ਸੇਮ ਜਗ੍ਹਾ ਅਸੀਂ ਇਸੇ ਤਰ੍ਹਾਂ ਹੀ ਲੱਗੇ ਰਹਿਣ ਦੇਣਾ। ਜਿਵੇਂ ਪਹਿਲੀ ਪੋਜੀਸ਼ਨ ਦੇ ਵਿੱਚ ਜਦੋਂ ਅਸੀਂ ਸਵਿਚ ਨੂੰ ਆਫ ਪੋਜੀਸ਼ਨ 'ਚ ਰੱਖਦੇ ਹਾਂ ਤਾਂ ਉਹਦੀ ਇਨਫਿਨਿਟੀ ਆਉਣੀ ਚਾਹੀਦੀ ਹੈ ਰजिस्टेंस इंसुलेशन टेस्टर दी। लेकिन अगर स्विच ऑन करन वेले, स्विच ऑन होने ते जिहड़ी रीडिंग 0 आ रही है, उस टाइम की है जिहड़ा साडा ओपन सर्किट वाली पोजीशन वाली विधि हैगी है। और जे रीडिंग आ रही है तो साडा की है, शॉर्ट सर्किट है, शॉर्ट सर्किट है, यानी कि रजिस्टेंस ਉਹਦੇ ਵਿੱਚ कुछ नहीं हैगी, वो 0 शो कर रहा, तो रीडिंग साडे 0 आ रही है, तो शॉर्ट सर्किट है। इत्थों सानू क्लीयर हो जाएगा कि किहड़ा साडा सब सर्किट है ਉਹ ਸ਼ਾਰਟ ਹੈਗਾ, ਉਹਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਅਲੱਗ ਕਰ ਸਕਦੇ ਹਾਂ। ਔਰ ਇੱਕ ਜਿਹੜਾ ਲਾਸਟ ਟੈਸਟ ਹੈਗਾ ਇਹਦੇ ਵਿੱਚ ਮੈਂ ਐਡ ਕਰਨਾ ਰਹਿ ਗਿਆ, ਉਹਦੇ ਵਿੱਚ ਅਰਥ ਟੈਸਟ ਹੈਗਾ ਕਿ ਜਿਹੜੇ ਅੰਦਰਲੇ ਪੁਆਇੰਟ ਹੈਗੇ ਉਹਨੂੰ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਅਸੀਂ ਜਿੰਨੇ ਵੀ ਬੋਰਡ ਦੇ ਉੱਪਰ 5 ਪਿਨ ਸੌਕਟਸ ਲਗਾਉਣੇ ਆ, ਉਹਨਾਂ ਦੇ ਵਿੱਚ ਇੱਕ ਪੁਆਇੰਟ ਜਿਹੜਾ 5 ਜਾਂ 3 ਪਿਨ ਸੌਕਟ ਲਗਾਉਣੇ ਆ, ਇੱਕ ਜਿਹੜਾ ਟੌਪ ਤੇ ਪੁਆਇੰਟ ਹੁੰਦਾ ਉਹਦਾ ਹੋਲ ਜ਼ਿਆਦਾ ਹੁੰਦਾ, ਔਰ ਉਹ ਸਾਡਾ ਅਰਥ ਪੁਆਇੰਟ ਹੈਗਾ। ਅਰਥ ਪੁਆਇੰਟ ਨੂੰ ਅਸੀਂ ਚੈੱਕ ਕਰਨ ਵਾਸਤੇ, ਚੈੱਕ ਕਰਨ ਲਈ ਅਸੀਂ ਟੈਸਟ ਲੈਂਪ ਦੀ ਹੈਲਪ ਲੈਂਦੇ ਹਾਂ। ਔਰ ਜਿਹਦਾ ਟੈਸਟ ਲੈਂਪ ਦਾ ਇੱਕ ਜਿਹੜਾ ਪੁਆਇੰਟ ਹੈਗਾ ਉਹਨੂੰ ਅਸੀਂ ਫੇਜ਼ ਵਾਇਰ ਨਾਲ ਲਗਾ ਦੇਣਾ, ਔਰ ਦੂਸਰਾ ਅਸੀਂ ਜਿਹੜੀ ਅਰਥ ਪਿੰਨ ਦੇ ਵਿੱਚ ਲਗਾਉਣਾ, ਅਰਥ ਪਿੰਨ ਦੇ ਵਿੱਚ। ਉਸ ਸਮੇਂ ਜੇ ਲੈਂਪ ਪ੍ਰੋਪਰ ਬ੍ਰਾਈਟ ਜਗ ਰਿਹਾ, ਸਹੀ ਜਗ ਰਿਹਾ ਹੈਗਾ, ਤਾਂ ਇਟ ਮੀਨਸ ਸਾਡੀ ਜਿਹੜੀ ਅਰਥ ਵਾਇਰ ਹੈਗੀ ਆ ਉਹ ਅਰਥ ਦੇ ਨਾਲ ਜਿਹੜੀ ਅਸੀਂ ਵਾਇਰਿੰਗ ਦੇ ਵਿੱਚ ਅਰਥ ਵਾਇਰ ਲਗਾਈ ਹੋਈ ਹੈ ਉਹ ਪ੍ਰੋਪਰ ਕੰਮ ਕਰ ਰਹੀ ਹੈ। ਜੇਕਰ ਉਹਦੀ ਲੈਂਪ ਦੀ ਲਾਈਟ ਪੂਰੀ ਨਹੀਂ ਮਿਲ ਰਹੀ, ਲੈਂਪ ਡਿਮ ਚੱਲ ਰਿਹਾ ਜਾਂ ਡਿਮ ਚੱਲ ਰਿਹਾ, ਇਟ ਮੀਨਸ ਸਾਡਾ ਅਰਥ ਨਹੀਂ ਕੰਮ ਕਰ ਰਿਹਾ ਜਾਂ ਰਾਸਤੇ ਦੇ ਵਿੱਚ ਵਾਇਰ ਨਹੀਂ ਸਹੀ ਕਨੈਕਟ ਹੋਏਗੀ। ਔਰ ਜੇ ਬਿਲਕੁਲ ਨਹੀਂ ਚੱਲ ਰਿਹਾ, ਫਿਰ ਉਸ ਤੋਂ ਸਾਨੂੰ ਕਲੀਅਰ ਹੋਏਗਾ ਕਿ ਸਾਡਾ ਅਰਥ ਵਾਇਰ ਜ਼ਰੂਰ ਹੈਗੀ ਹੈ ਔਰ ਉਹਦੀ ਜਿਹੜੀ ਅਸੀਂ ਉਹਦੇ ਸਹਾਰੇ ਬੈਠੇ ਹੋਏ ਹਾਂ, ਲੇਕਿਨ ਅਰਥ ਕੰਮ ਨਹੀਂ ਕਰ ਰਿਹਾ। ਸੋ ਇਹ ਜਿਹੜੇ ਟੈਸਟ ਹੈਗੇ ਆ, ਛੋਟੇ ਛੋਟੇ ਟੈਸਟ ਜ਼ਰੂਰੀ ਹੈਗੇ ਆ। ਇਸ ਦੇ ਬਿਨਾਂ ਸਾਡੀ ਇੰਸਟਾਲੇਸ਼ਨ ਅਧੂਰੀ ਹੈਗੀ ਆ। ਅਸੀਂ ਆਮ ਅਕਸਰ ਦੇਖਦੇ ਹਾਂ ਕਿ ਅਸੀਂ ਘਰਾਂ ਦੇ ਵਿੱਚ ਵਾਇਰਿੰਗ ਕਰਾਉਣੇ ਆ ਤਾਂ ਇਲੈਕਟ੍ਰੀਸ਼ੀਅਨ ਵਾਇਰਿੰਗ ਕਰ ਦਿੰਦਾ, ਵਾਇਰਿੰਗ ਕਰਨ ਉਪਰੰਤ ਅਸੀਂ ਉਹਦੀ ਜਿਹੜੀ ਵਾਇਰ ਹੈਗੀ ਆ, ਮੇਨ ਵਾਇਰ ਹੈਗੀ ਆ, ਉਸ ਨੂੰ ਅਸੀਂ ਡਾਇਰੈਕਟ ਜਿਹੜੀ ਸਪਲਾਈ ਦੇ ਨਾਲ ਕਨੈਕਟ ਕਰ ਦਿੰਦੇ ਆ। ਕਨੈਕਟ ਕਰਨ ਉਪਰੰਤ ਸਪਲਾਈ ਚੱਲਦੀ ਅਸੀਂ ਚੈੱਕ ਕਰਕੇ ਨਾਰਮਲੀ ਇਲੈਕਟ੍ਰੀਸ਼ੀਅਨ ਚਲਿਆ ਜਾਂਦਾ, ਔਰ ਸਾਨੂੰ ਕਈ ਵਾਰ ਮਹੀਨੇ 2 ਮਹੀਨੇ 4 ਮਹੀਨੇ ਬਾਅਦ ਹੌਲੀ ਹੌਲੀ ਜਾਂ ਕੋਈ ਮੌਸਮ ਚੇਂਜ ਹੁੰਦਾ, ਕਈ ਵਾਰ ਜਿਵੇਂ ਬਾਰਿਸ਼ ਦਾ ਮੌਸਮ ਆ ਗਿਆ ਤਾਂ ਸਾਨੂੰ ਇਹ ਫੀਲ ਹੁੰਦਾ ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ ਤਾਂ ਉਹਦੀ ਰੇਲਿੰਗ ਦੇ ਵਿੱਚ ਸਾਨੂੰ ਕੀ ਆ ਥੋੜਾ ਜਿਹਾ ਕਰੰਟ ਲੀਕੇਜ ਮਹਿਸੂਸ ਹੁੰਦੀ ਹੈ। ਜਾਂ ਕਈ ਵਾਰ ਅਸੀਂ ਜਿਹੜੀਆਂ ਵਾਇਰ ਉੱਪਰ ਲਗਾਈਆਂ ਹੋਈਆਂ ਕੱਪੜੇ ਵਗੈਰਾ ਸੁੱਕੇ ਪਾਉਣ ਵਾਸਤੇ, ਜਾਂ ਅਸੀਂ ਚੱਲਦੇ ਹਾਂ ਜਾਂ ਕੋਈ ਗ੍ਰਿਲ ਲੱਗੀ ਹੈ, ਉਹਨੂੰ ਜੇ ਅਸੀਂ ਇਹੋ ਜਿਹੇ ਮੌਸਮ ਦੇ ਵਿੱਚ ਹੱਥ ਲਗਾਉਣੇ ਆ ਤਾਂ ਸਾਨੂੰ ਕੀ ਇਸ ਤਰ੍ਹਾਂ ਲੱਗਦਾ ਕਿ ਸਾਨੂੰ ਲੀਕੇਜ ਕਰੰਟ ਫੀਲ ਹੁੰਦਾ। ਔਰ ਕਈ ਵਾਰ ਤਾਂ ਇਹ ਇੰਨਾ ਡੇਂਜਰਸ ਹੁੰਦਾ ਹੈ ਕਿ ਕਈ ਵਾਰ ਅਸੀਂ ਆਮ ਤੌਰ ਤੇ ਨਿਊਜ਼ ਦੇ ਵਿੱਚ ਸੁਣਦੇ ਹਾਂ ਕਿ ਡੈਥ ਵੀ ਹੋ ਜਾਂਦੀਆਂ ਨੇ। ਔਰ ਉਹਦਾ ਰੀਜ਼ਨ ਇਹੀ ਹੈ ਕਿ ਅਸੀਂ ਪ੍ਰੋਪਰ ਟੈਸਟ ਨਹੀਂ ਕਰਵਾਏ ਹੁੰਦੇ, ਇਹ ਚੀਜ਼ਾਂ ਦੇ ਟੈਸਟ ਨਹੀਂ ਕੀਤੇ ਹੁੰਦੇ, ਤਾਂ ਉਹ ਸਾਨੂੰ ਉਸ ਚੀਜ਼ ਦਾ ਖਿਆਮਜ਼ਾ ਬਾਅਦ ਵਿੱਚ ਆ ਕੇ ਭੁਗਤਣਾ ਪੈਂਦਾ। ਤੇ ਉਸ ਚੀਜ਼ ਤੋਂ ਬਚਣ ਵਾਸਤੇ ਇਹ ਚੀਜ਼ਾਂ ਦੇ ਟੈਸਟ ਬਹੁਤ ਹੀ ਜ਼ਰੂਰੀ ਨੇ। ਉਮੀਦ ਹੈ ਸਾਰਿਆਂ ਨੂੰ ਇਹ ਕਲੀਅਰ ਪਤਾ ਚੱਲਿਆ ਹੋਣਾ। ਫਿਰ ਵੀ ਇਸ ਦੇ ਸੰਬੰਧ 'ਚ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋਣ ਤਾਂ
इस टेस्ट के संबंध च कोई भी क्वेश्चन जे कोई पूछना चाहते हैं? सो थैंक यू वेरी मच। इस दे विच मेरा फोन नंबर, कॉन्टैक्ट नंबर और ईमेल आईडी दिता होया। अगर फिर भी कोई क्वेश्चन होवे तो इस ते कॉन्टैक्ट किया जा सकता। सो थैंक्स टू ऑल, थैंक यू वेरी मच। ಎಲ್ಲರೂ ಮಾತಾಡ್ತಾರ ನೋಡಿ ಬಿಟ್ಟು ಮಾಮ. हेलो ಡಂಪೆ ಏ ಅಪ್ಪು, ಹಲೋ ಅಪ್ಪು. ಎಲ್ಲಾರು ಮಾತಾಡ್ತಾರೆ. ಡಂಪೆ Any question is topic Dante. regarding कोई question होवे तो? नो सर। जी ओके, Dante. so thank you. ಲೇ ಡಂಪೆ ಕೇಳಕ್ಕೋದಲ್ಲಿ ಮಾತಾಡೋದು. हाँ जी देवेंद्र सर, जी सर। कंटिन्यू करना या एंड करिए? हाँ जी सर, कंप्लीट हो गया सर। ठीक है, क्वेश्चन तो कोई आ नहीं रहा। हाँ, End क्वेश्चन करिए। तो कोई नहीं आ रहा। हाँ जी ठीक है सर, थैंक यू वेरी मच। थैंक यू टू ऑल।